ਮਰ ਕੀਤੇ ਪ੍ਰਵਾਨ ਗਣੀ ਸਹੀ ਰਿਆਈ ਸਫਲ ਸਿਨਾ ਕੇ ਉਹਨਾਂ ਦੇ ਕੰਮ ਕਾਜ ਸਫਲ ਨੇ ਪ੍ਰਵਾਨ ਨੇ ਜਿਨ੍ਹਾਂ ਦੇ ਕੋਲ ਨਾਮ ਦਾ ਧਨ ਹੈ। ਕਿਉਂਕਿ ਜਿਹੜਾ ਲਿਫਾਫਾ ਫੜਾਵੇ ਤੇ ਰਿਸ਼ਤੇਦਾਰ ਨੂੰ ਫੇਰ ਹੀ ਪਤਾ ਲੱਗਦਾ ਵੀ ਆਇਆ। ਤਾਂ ਮਾਰੇ ਕਹਿੰਦੇ ਜਦੋਂ ਤੁਸੀਂ ਵੀ ਦੁਨੀਆ ਤੋਂ ਆਪਣਾ ਸਫ਼ਰ ਤੈਅ ਕਰਕੇ ਆਏ ਨਾ ਤੇ ਉੱਥੇ ਉਹਨਾਂ ਦਾ ਹੀ ਪਤਾ ਲੱਗਣਾ ਹੈ ਜਿਨ੍ਹਾਂ ਦੇ ਕੋਲ ਨਾਮ ਆ, ਜਿਨ੍ਹਾਂ ਦੇ ਕੋਲ ਸੇਵਾ ਹੈ। ਉੱਥੇ ਥੋੜ੍ਹਾ ਵੇਖਣਾ ਕਿ ਮੈਂ 100 ਕਿੱਲਾ ਬਣਾਇਆ, 200 ਬਣਾਇਆ, ਮੈਂ ਇੰਨੀਆਂ ਪਲਾਟ ਲਏ, ਇੰਨੀਆਂ ਕੋਠੀਆਂ ਪਾਈਆਂ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਨਾਮ ਦਾ ਧੰਨ ਗੁਰੂ ਨਾਨਕ ਦੇ ਘਰੋਂ ਮਿਲਦਾ ਹੈ। ਆਓ ਸਾਰੇ ਜਾਣੇ ਇਕੱਤਰ ਕਰੀਏ ਜੀ। ਇੱਕ ਓੰਕਾਰ ਪੁਰਖ
ਤੇ ਮਹਾਰਾਜ ਦਾ ਦਾੜਾ ਵੀ ਅਜੇ ਉਤਰਿਆ ਨਹੀਂ ਹੈ। ਤਾਂ ਪੰਡਤ ਦਾ ਮਹਾਨ ਵਿਦਵਾਨ ਹੈ, ਗੱਲ ਪ੍ਰੇਮ ਦੀ ਹੈ। ਜਿੰਨਾ ਚਿਰ ਨਹੀਂ ਸੀ ਸਮਝ ਹੰਕਾਰ ਸੀ, ਜਦੋਂ ਸਮਝ ਆ ਗਈ ਉਦੋਂ ਪ੍ਰੇਮ ਪੈਦਾ ਹੋਇਆ। ਤਾਂ ਉਸ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਸੁਣੇ, ਕਹਿੰਦੇ ਆਨੰਦ ਮਗਨ ਮੁਖ ਬੋਲ ਨ ਆਵਾ। ਤੇ ਇੰਨਾ ਕੁ ਪਿਆਰ ਪੈਦਾ ਹੋ ਗਿਆ, ਅੱਖਾਂ ਬੋਲਦੀਆਂ ਮੂੰਹ ਨਹੀਂ ਬੋਲਦਾ। ਬੜਾ ਸੋਹਣਾ ਕਿਸੇ ਵਿਦਵਾਨ ਨੇ ਕਿਹਾ, ਕਹਿੰਦੇ ਕਿਸ਼ਤੀ ਉਹੀ ਹੈ किनारे बदल जाते हैं, आंखें वही है इशारे बदल जाते हैं, बात तो वही होती थी बुलारे बदल जाते हैं। इस करके हमारे सच्चे पातशाह कहते हर मनुख जरूरी नहीं जबान तो ही बोलता, मनुख के नेत्र भी बोलते हैं सच ते झूठ। इस करके इत्थे कहते हैं कि महाराज साहब जी ने वेख्या पंडित हरदयाल ने ਅੱਖਾਂ ਦੇ ਵਿੱਚ ਹੰਝੂ ਹੈ। ਇੱਕ ਹੰਝੂ ਹੁੰਦੇ ਗਮੀ ਦੇ, ਜਦੋਂ ਕੋਈ ਚੜ੍ਹਾਈ ਕਰ ਜਾਂਦਾ, ਇੱਕ ਹੰਝੂ ਹੁੰਦੇ ਖੁਸ਼ੀ ਦੇ, ਤੇ ਇੱਕ ਹੰਝੂ ਹੁੰਦੇ ਜੇ ਬਰਾਗ ਦੇ। ਹੁਣ ਸਾਡੀਆਂ ਅੱਖਾਂ 'ਚ ਦੋ ਤਰ੍ਹਾਂ ਦੇ ਹੰਝੂ ਆਉਂਦੇ ਆ, ਜਾਂ ਗਮੀ ਦੇ ਜਾਂ ਖੁਸ਼ੀ ਦੇ। ਪਰ ਜਿੱਦਣ ਬਾਬਾ ਬੁੱਢਾ ਜੀ ਦਾ ਅੰਤਮ ਸੰਸਕਾਰ ਹੋ ਰਿਹਾ ਸੀ ਨਾ, ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀਆਂ ਅੱਖਾਂ 'ਚ ਤ੍ਰਿਪ ਤ੍ਰਿਪ ਬਾਣੀ ਚੋਏ, ਤੇ ਸੰਗਤ ਨੇ ਪੁੱਛਿਆ, ਕਹਿੰਦੇ ਮਹਾਰਾਜ ਤੁਸੀਂ ਵੀ ਰੋ ਪਏ? ਅਸੀਂ ਤੇ ਦੁਨਿਆਵੀ ਲੋਕ ਰੋਂਦੇ ਆ, ਤੁਸੀਂ ਆਪੇ ਤੇ ਕਹਿੰਦੇ ਵੀ ਤੁਮ ਰੋਵੋਗੇ ਉਸਕੋ ਤੁਮਕੋ ਕੌਣ ਰੋਏ ਕੋ ਮਰੇ ਨਾ ਹੋਇਆ ਨਾਲੇ। ਤੇ ਅੱਜ ਤੁਸੀਂ ਗੁਰੂ ਸਾਹਿਬ ਆਪ ਹੀ ਰੋ ਪਏ। ਮਹਾਰਾਜ ਕਹਿੰਦੇ ਅਸੀਂ ਉਹ ਰੋਣਾ ਨਹੀਂ ਰੋਏ ਜਿਹੜਾ ਲੋਕੀ ਰੋਂਦੇ ਆ। ਸਾਡੇ ਰੋਣੇ ਦੀ ਚਾਲ ਵੱਖਰੀ। ਜਦੋਂ ਗੁਰਬਾਣੀ ਕਹਿੰਦੀ ਸੱਜਣ ਮੇਰੇ ਰੰਗਲੇ ਜਾਏ ਸਤੇ ਜੀਰਾਨ, ਹੰਪੀ ਵੰਝਾਂ ਡੁਗਣੀ ਰੋਵਾਂ ਚੀਨੀ ਬਾਣ। ਇਹ ਸ਼ਬਦ ਤਕਰੀਬਨ ਹੀ ਰਾਗੀ ਸਿੰਘ ਮਰਗ ਦੇ ਭੋਗ ਤੇ ਪੜ੍ਹਦੇ। ਉਹ ਕਹਿੰਦੇ ਕਿਹੜਾ ਰੋਣਾ ਝੇੜੀ ਬਾਣ? ਕਹਿੰਦੇ ਝੇੜੀ ਬਾਣ ਭਾਵ ਜ਼ੁਬਾਨ 'ਚ ਰੋਣ ਦੀ ਆਵਾਜ਼ ਨਾ ਆਵੇ, ਅੱਖਾਂ ਤੇ ਦਿਲ ਰੋਵੇ, ਉਹਨੂੰ ਕਹਿੰਦੇ ਝੇੜੀ ਬਾਣ ਰੋਣਾ। ਆਹ ਤਾਂ ਪਖੰਡ ਦਾ ਰੋਣਾ ਰੋਂਦੇ ਲੋਕ ਕਿ ਪਿੱਛੋਂ ਭਾਵੇਂ ਮਰੂੰਡਾ ਖਾਂਦੇ ਆਏ ਹੋ ਤੇ ਬਿਸਕੁਟ ਖਾਂਦੇ ਆਏ ਹੋ ਦਾਲ ਬਸ, ਤੇ ਜਦੋਂ ਬੂਹੇ ਚ ਆ ਜਾਣਗੇ ਇੱਕੇ ਵਾਰੀ ਚੀਕ ਮਾਰਨਗੇ, ਦੰਦਾਂ ਦੇ ਵਿੱਚ ਦਾਲ ਲੱਗੀ ਦੀ ਵੀ ਬਸ ਖਾਂਦੇ ਹੈ। ਇਹ ਤਾਂ ਪਖੰਡ ਹੈ। ਮਹਾਰਾਜ ਨੇ ਪਖੰਡ ਦਾ ਵਿਰੋਧ ਕੀਤਾ ਤੇ 15 ਮਿੰਟ ਇੰਨਾ ਕਰੋਣਗੇ। ਖਾਸ ਕਰਕੇ ਮੈਂ ਕਹਿਣਾ ਹੈ, ਹੁਣ ਤਾਂ ਸੁਧਰ ਕੇ ਪੜ੍ਹੇ ਲਿਖੇ ਆ, ਪਹਿਲੇ ਤੇ ਇੰਨੇ ਹੁੰਦੇ ਸੀ ਨਾ ਕੀਰਤਨ ਨਾ ਕਰਦੇ, ਕਥਾ ਨਾ ਕਰਦੇ। ਮਹਾਂਪੁਰਖ ਮੈਂ ਸੁਣਿਆ ਕੋਈ ਮਹਾਂਪੁਰਖ ਸੀ, ਉਹ ਕੀਰਤਨ ਕਰਕੇ ਉਦੋਂ ਤੋਂ ਉੱਚੀ ਰੋਣ। ਉਹ ਕਹਿੰਦਾ ਵੀ ਤੂੰ ਬਾਣੀ ਚੱਲ ਲੈਂਦੇ ਬਹਿ ਜਾ। ਕਹਿੰਦੇ ਬਾਬਾ ਤੇਰਾ ਮਰਿਆ ਹੋਵੇ ਤੈਨੂੰ ਪਤਾ ਲੱਗੇ। ਉਹਨੂੰ ਵੀ ਗੁੱਸਾ ਆ ਗਿਆ, ਉਹ ਵੀ ਅੱਗੋਂ ਪੁੱਜਿਆ ਸੀ। ਕਹਿੰਦਾ ਕੋਈ ਜ਼ਿਆਦਾ ਹੀ ਖਰਾਬ ਹੈ ਤੇ ਅਜੇ ਅੱਧਾ ਸੇਵਾ ਮਿਲਿਆ ਕਿਉਂਕਿ ਇਹਨੂੰ ਉੱਥੇ ਰੱਖੋ, ਫਿਰ ਨਾਲ ਹੀ ਪਾ ਦਿਓ, ਉੱਥੇ ਚੁੱਪ ਕਰ ਗਈ। ਇਸ ਕਰਕੇ ਮਹਾਰਾਜ ਨੇ ਪਖੰਡ ਕਰਨ ਤੋਂ ਵਰਤਿਆ ਕਿ ਜਿਹੜਾ ਜ਼ਿਆਦਾ ਵੀ ਚੀਜ਼ਾਂ ਚੰਗਰਾਂ ਤੇ 15 ਮਿੰਟ ਭੋਗ ਤੋਂ ਬਾਅਦ ਪਕੌੜੇ ਸਭ ਤੋਂ ਵੱਧ ਉਹ ਹੀ ਖਾਂਦੇ ਆ। ਇਹ ਮਹਾਰਾਜ ਨੇ ਸਾਨੂੰ ਵਰਤਿਆ ਵੀ ਜੇ ਕਰਨਾ ਤਾਂ ਦਿਲੋਂ ਕਰੋ, ਕਿਸੇ ਦਾ ਲੋਕ ਵਿਖਾਵਾ ਨਹੀਂ ਕਰਨਾ। ਅੱਜ ਦੁਨੀਆ ਲੋਕ ਵਿਖਾਵਾ ਜ਼ਿਆਦਾ ਕਰਦੀ, ਅੰਦਰੋਂ ਕੋਈ ਵੀ ਦਿਆ। ਬਾਬਾ ਬੁੱਢਾ ਜੀ ਕਹਿੰਦੇ ਉਹ ਭਲੇ ਹੋ ਓਏ ਅਸੀਂ ਰੋਂਦੇ ਨਹੀਂ ਹੈ, ਸਾਨੂੰ ਬਰਾਗ ਆਇਆ ਹੈ, ਬਰਾਗ ਆਇਆ ਹੈ। ਉਹ ਇਸ ਕਰਕੇ ਆਇਆ ਹੈ ਕਿ ਇਸ ਬਾਬੇ ਬੁੱਢੇ ਨੇ ਸਾਨੂੰ ਆਪਣੀ ਗੋਦੀ 'ਚ ਖੜਾਇਆ, ਇਸ ਬਾਬੇ ਬੁੱਢੇ ਨੇ ਮੋਢਿਆਂ ਤੇ ਚੁੱਕਿਆ, ਇਸ ਬਾਬੇ ਬੁੱਢੇ ਨੇ ਸ਼ਾਸਤਰ ਸ਼ਸਤਰ ਵਿਦਿਆ ਸਿਖਾਈ, ਇਸ ਬਾਬੇ ਬੁੱਢੇ ਨੇ ਗੱਦੀ ਦਾ ਤਿਲਕ ਲਾਇਆ, ਇਸ ਬਾਬੇ ਬੁੱਢੇ ਨੇ 15 ਸਾਲਾਂ ਵਾਹਿਗੁਰੂ 12 ਸਾਲ ਦੀ ਉਮਰ 'ਚ ਬਾਬੇ ਨਾਨਕ ਨੂੰ ਦੁੱਧ ਪਿਆਇਆ। 12 ਸਾਲ ਉਮਰ ਕਿੰਨੀ ਹੁੰਦੀ ਹੈ? ਮਹਾਰਾਜ ਨੂੰ ਕਹਿੰਦਾ ਬਾਬਾ ਦੁੱਧ ਪੀ ਕੇ ਕੋਈ ਰੱਬ ਦੇ ਘਰ ਦੀ ਗੱਲ ਸੁਣਾ। ਤੇ ਮਹਾਰਾਜ ਕਹਿੰਦੇ ਕਾਕਾ ਉਮਰ ਕਿੰਨੀ ਤੇਰੀ ਜੀ? 12 ਸਾਲ। ਕਹਿੰਦੇ ਲੋਕੀ 17 ਸਾਲਾਂ ਦੇ ਵੀ ਗੁਰਦੁਆਰੇ ਨੂੰ ਮੂੰਹ ਕਰਦੇ, ਤੈਂ ਕੀ ਲੈਣਾ? ਕਹਿੰਦੇ ਬਾਬਾ ਮੈਨੂੰ ਬਹੁਤ ਦਿਸਦੀ ਆ ਵੀ ਪਤਾ ਨਹੀਂ ਕਿਹੜੇ ਵੇਲੇ ਆ ਜੇ ਤੇ ਪਹਿਲਾਂ ਤੈਨੂੰ ਮਿਲ ਤੇ ਲਵਾਂ, ਕਿਉਂਕਿ ਤੈਨੂੰ ਮਿਲਿਆ ਹੋਊਗਾ ਤੇ ਤੂੰ ਮੈਨੂੰ ਸਾਂਭ ਲਵੇਂਗਾ। ਇਹ ਸੱਚ ਹੈ। ਬਾਬਾ ਕਰਮ ਸਿੰਘ ਦਾ ਮੈਂ ਜੀਵਨ ਪੜ੍ਹ ਰਿਹਾ ਸੀ ਤੇ ਉਹਨਾਂ ਦੀ 45 ਨਾਲ ਜਿਹੜੀ ਵਾਹਿਗੁਰੂ ਮੁਹੱਬਤ ਦੇ ਵਿੱਚ ਬੋਲ ਉਹਨਾਂ ਦੇ ਭਰੇ ਪਏ ਹੈ, ਤੇ ਉਹਨਾਂ ਦੀ ਜਿਹੜੀ ਪਲਟਨ ਸੀ
ਉਹ ਜਦੋਂ ਗਈ ਨਾ ਕਸ਼ਮੀਰ ਵੱਲ, ਤੇ ਉੱਥੇ ਇੱਕ ਕੁੜੀਆ ਫਕੀਰ ਨੂੰ ਪੇਸਸ ਦੀ ਬਿਮਾਰੀ ਲੱਗੀ। ਉਹ ਤੜਫ ਰਿਹਾ ਤੇ ਬਾਬਾ ਜੀ ਅੰਦਰ ਚਲੇ ਗਏ। ਵੇਖਿਆ ਤੇ ਉਹ ਹਾਏ ਹਾਏ ਕਰੇ ਤੇ ਮਹਾਂਪੁਰਖਾਂ ਨੇ ਆਪਣੀ ਰਾਈਫਲ ਰੱਖੀ ਤੇ ਉਹਨੂੰ ਜੱਫੀ ਪਾ ਦਿੱਤੀ। ਜੱਫੀ ਪਾ ਕੇ ਪਾਇਆ ਤੇ ਉਹ ਕਹਿੰਦਾ ਵੀ ਫਕੀਰਾ ਪਿਛਾਂ ਹੋ ਜਾ, ਮੇਰੇ ਕੋਲ ਆਪਣੇ ਨਹੀਂ ਆਉਂਦੇ, ਤੂੰ ਕੀ ਲੈਣਾ। ਤੇ ਬਾਬਾ ਜੀ ਕੀ ਕਹਿੰਦੇ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਬ੍ਰਹਮ ਗਿਆਨੀ ਅਨਾਥ ਕਾ ਨਾਥ। ਕਹਿੰਦੇ ਰੱਬ ਦੇ ਪਿਆਰੇ ਉਹਨਾਂ ਦੇ ਵੀ ਬਣ ਜਾਂਦੇ ਜਿਨ੍ਹਾਂ ਦਾ ਕੋਈ ਨਾ ਹੋਵੇ। ਉਹ ਕਹਿੰਦੇ ਫਿਰ ਕੀ ਹੈ, ਜੇ ਤੇਰਾ ਬੱਚਾ ਹੁੰਦਾ ਤੇ ਅੱਜ ਤੈਨੂੰ ਗੱਲ ਨਾ ਲਾਉਂਦਾ। ਗੱਲ ਨਾਲ ਲਾਇਆ, ਮੁੱਖ ਪੂੰਝਿਆ, ਹੱਥ ਪੈਰ ਘੁੱਟੇ, ਦਵਾਈ ਵੀ ਦਿੱਤੀ ਤੇ ਬੜਾ ਪਿਆਰ ਕੀਤਾ। ਤੇ ਉਸ ਦਰਵੇਸ਼ ਨੇ ਆਖਿਆ, ਕਹਿੰਦੇ ਪੁੱਤ ਤੇਰਾ ਨਾਂ ਕੀ ਹੈ? ਕਹਿੰਦੇ ਕਰਮ ਸਿੰਘ। ਇਹਦੇ ਤਾਈਓ ਸੋਹਣੇ ਕਰਮ ਕਰਦਾ ਹੈ, ਪਰ ਮੈਨੂੰ ਲੱਗਦਾ ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ ਹੈ, ਪਰ ਕਿੱਦਾਂ ਕਰਾਂ, ਮੈਂ ਠੀਕ ਹੋਵਾਂ ਫਿਰ ਕਰਾਂਗਾ। ਤੇ ਮਹਾਂਪੁਰਖਾਂ ਕਹਿੰਦੇ ਤੂੰ ਠੀਕ ਨਹੀਂ ਹੋਣਾ, 10 ਦਿਨਾਂ ਨੂੰ ਤੂੰ ਕਾਲ ਚਲਾਣਾ ਕਰ ਦੇਣਾ। ਕਹਿੰਦੇ ਬਾਬਾ ਜੀ ਮੇਰਾ ਦਿਲ ਕਰਦਾ ਮੈਂ ਤੁਹਾਡੀ ਸੇਵਾ ਕਰਨੀ ਹੈ। ਕਹਿੰਦੇ ਜ਼ਰੂਰੀ ਕਰਨੀ ਹੈ? ਕਹਿੰਦਾ ਜੀ ਕਰਨੀ ਹੈ। ਕਹਿੰਦੇ ਫਿਰ ਅਗਲੇ ਜਨਮ ਚ ਆ ਜੀ। ਉਹੀ ਗੱਲ ਹੋਈ, ਪੂਰਨ ਬੱਚੇ ਸਾਧੂ ਦੇ ਹੋਏ, ਉਹ ਇੱਧਰੋਂ ਡੈਥ ਹੁੰਦੀ ਤੇ ਉੱਧਰ ਕਿਸੇ ਦੇ ਘਰ ਬੱਚਾ ਹੋ ਗਿਆ। ਤਾਂ ਉਸ ਵੇਲੇ ਜਦੋਂ ਵੱਡਾ ਹੋਇਆ ਛੋਟਾ ਜਿਹਾ, ਉਹਦਾ ਨਾਂ ਰੱਖਿਆ ਆਇਆ ਰਾਮ। ਜਿਨ੍ਹਾਂ ਨੇ ਪੜ੍ਹਿਆ ਮਹਾਂਪੁਰਖਾਂ ਦਾ ਜੀਵਨ, ਤੇ ਉਹ ਕੀ ਕਰੇ, ਉਹ ਬੱਚਾ ਬਿਮਾਰ ਹੋਵੇ ਤੇ ਉਹ ਮਹਾਂਪੁਰਖਾਂ ਤੋਂ ਲੈ ਕੇ ਆਏ ਤੇ ਬਾਬਾ ਜੀ ਕਹਿੰਦੇ ਵੀ ਇੱਥੇ ਮੇਰੇ ਕੋਲ ਛੱਡ ਜਾਓ। ਉਹਨਾਂ ਕੋਲ ਰਿਹਾ, ਸੇਵਾ ਕੀਤੀ, ਰਾਜੀ ਹੋ ਗਿਆ। ਜਦੋਂ ਗੱਭਰੂ ਹੋਇਆ ਤੇ ਮਾਂ ਪਿਓ ਕਹਿੰਦੇ ਜੀ ਲੈ ਜੀ, ਦਿਲ ਕਰਦਾ ਕਿ ਮੈਰਿਜ ਕਰੀਏ, ਅੱਗੇ ਵਾਧਾ ਹੋਊਗਾ। ਤੇ ਮਹਾਂਪੁਰਖ ਕਹਿੰਦੇ ਲੈ ਜਾਓ, ਤੇ ਤੁਹਾਡਾ ਹੀ ਹੈ, ਸਾਡਾ ਕੀ ਹੈ। ਘਰੇ ਲੈ ਗਏ ਤੇ ਉਹ ਫੇਰ ਬਿਮਾਰ ਹੋ ਗਿਆ। ਉਹ ਫੇਰ ਲੈ ਕੇ ਆ ਗਏ। ਉਹ ਕਹਿੰਦੇ ਜੀ ਇੱਥੇ ਰਹਿੰਦਾ ਸਹੀ ਰਹਿੰਦਾ, ਘਰੇ ਬਿਮਾਰ ਹੁੰਦਾ। ਤੇ ਮਹਾਂਪੁਰਖ ਕਹਿੰਦੇ ਇਹਦਾ ਨਾਂ ਕੀ ਰੱਖਿਆ? ਕਹਿੰਦੇ ਜੀ ਆਇਆ ਰਾਮ। ਬਾਬਾ ਜੀ ਕਹਿੰਦੇ ਫਿਰ ਆਇਆ ਤੇ ਜਿੱਥੇ ਆਇਆ ਉੱਥੇ ਆਇਆ ਰਹਿਣਗੇ, ਉੱਥੇ ਲੈ ਕੇ ਕਬਰ ਛੱਡਣਾ। ਇੱਥੇ ਆਏ ਹੀ ਇਸੇ ਕਰਕੇ ਕਿਉਂਕਿ ਇਹਦੇ ਨਾਲ ਵਾਅਦਾ ਕਰ ਬੈਠੇ ਸੀ, ਕਹਿੰਦਾ ਤੁਹਾਡੀ ਸੇਵਾ ਕਰਨੀ। ਅਸੀਂ ਕਿਹਾ ਤੇਰੀ ਉਮਰ ਮੁੱਕ ਗਈ ਹੋਏ। ਇਹ ਕਹਿੰਦਾ ਜੀ ਫਿਰ ਮੈਂ ਕਿੱਦਾਂ ਕਰੂੰ? ਫਿਰ ਕਹਿੰਦੇ ਲੈ ਕੇ ਦਿੱਤੀ ਹੈ। ਸਾਧੂ ਕਰ ਸਕਦੇ ਨਾ ਇਹ ਕੰਮ, ਉਹਨਾਂ ਦੀ ਸਿੱਧੀ ਗੱਲਬਾਤ। ਜਿਹੜਾ ਬੰਦਾ ਸਿੱਧੀ ਗੱਲਬਾਤ ਹੋਵੇ, ਉੱਧਰ ਬਾਹਰਲੇ ਦੇਸ਼ PR ਹੋਵੇ, ਕਰੋੜਾਂ ਦਾ ਕਾਰੋਬਾਰ, ਜਿਹਨੂੰ ਮਰਜ਼ੀ ਲਿਆ ਸਕਦਾ, ਜਿਹਨੂੰ ਮਰਜ਼ੀ ਆਪਣੇ ਭਰੋਸੇ ਤੇ ਆਪਣਾ ਕਾਰੋਬਾਰ ਲਿਖ ਕੇ ਦੇਣਾ ਪੈਂਦਾ, ਜਿਹਨੂੰ R1 ਸਪਾਂਸਰ ਕਹਿੰਦੇ ਆਪਾਂ। ਉਹ ਕਹਿੰਦਾ ਜੇ ਬੰਦਾ ਭਜਦਾ ਹੈ ਤੇ ਮੇਰੀ ਪ੍ਰਾਪਰਟੀ ਜ਼ਬਤ ਕੀਤੀ ਜਾਵੇ, ਉਹ ਸਪਾਂਸਰ ਛੇਤੀ ਕੀਤੀ ਕੋਈ ਨਹੀਂ ਕਰੂਗਾ। ਦੱਸੋ ਉਹ ਕਹਿੰਦਾ ਇਹ ਭੱਜ ਗਿਆ ਤੇ ਅਗਲੇ ਮੇਰਾ ਘਰ ਸੀਲ ਕਰ ਦੇਣਗੇ। ਉਹ ਤਾਂ ਭਰੋਸੇ ਵਾਲੇ ਨੂੰ ਕੀਤੀ ਜਾਂਦੀ। ਕਈ ਧੋਖਾ ਵੀ ਕਰ ਦਿੰਦੇ ਕਿ ਮੈਂ ਤੈਨੂੰ ਛੱਡੂਗਾ ਚੱਲ ਮਾਨ ਰੱਖਣ ਲਈ, ਤੇ ਉਹ 2 ਨੰਬਰ ਭੇਜ ਦਿੰਦੇ, ਅਗਲੇ ਦਾ ਖਰਚਾ ਵੀ ਕਰਾ ਦਿੰਦੇ 25-30 ਹਜ਼ਾਰ ਤੇ ਸਾਡਾ ਕੋਈ ਫੇਰ ਨਹੀਂ। ਇਹ ਮੇਰਾ ਕੋਈ ਖਾਸ ਸੱਜਣ ਸੀ, ਉਹਨੇ ਮੈਨੂੰ ਇਹ ਗੱਲ ਸਾਰੀ ਸਮਝਾਈ। ਇਹਦੇ ਬਾਬਾ ਜੀ R1 ਹੁੰਦੀ ਹੈ ਆਪਣੀ ਜ਼ਿੰਮੇਵਾਰੀ ਕਿ ਮੇਰੀ ਇੰਨੀ ਪ੍ਰਾਪਰਟੀ ਮੇਰਾ ਖਾਸ ਹੈ, ਇਹ ਆਉਣਾ ਚਾਹੀਦਾ ਤੇ ਚਾਹੀਦਾ, ਮੈਂ ਜ਼ਿੰਮੇਵਾਰ ਹੈ। ਉਹ ਸਰਕਾਰ ਭੇਜਦੀ ਹੈ। ਇਸ ਕਰਕੇ ਸਾਧ ਸੰਗਤ ਸਾਧੂਆਂ ਦੀ PR ਹੁੰਦੀ ਦਰਗਾਹ 'ਚ। ਸਿੱਧੀ ਗੱਲ ਰੱਬ ਨਾਲ ਹੁੰਦੀ ਹੈ, ਜਿਹਨੂੰ ਚਾਹੁਣ ਬਣਾ ਦੇਣ, ਜਿਹਨੂੰ ਚਾਹੁਣ ਛਡਾ ਦੇਣ। ਤੋ ਇਸ ਕਰਕੇ ਮਹਾਂਪੁਰਖਾਂ ਨੇ ਵਚਨ ਛੱਡੇ ਸੀ, ਤੋ ਮਹਾਰਾਜ ਕਿਰਪਾ ਕਰਨ। ਇਸ ਕਰਕੇ ਜਿਹੜਾ ਰਾਗ ਦਾ ਮੁਹੱਬਤ ਦਾ ਰੋਣਾ ਹੈ, ਤਾਂ ਪੰਡਤ ਹਰਦਿਆਲ ਜੀ ਨੇਤਰ ਭਰੇ ਨੇ। ਇਹ ਅੱਖਾਂ ਹੀ ਬੋਲਦੀਆਂ, ਮੁੱਖ ਕਿਉਂ ਬੋਲਿਆ ਨਹੀਂ ਜਾਂਦਾ। ਵੇਦ ਪੰਥ ਮੈਂ ਗਿਨਿਓ ਪਨੀਤਾ। ਹਾਂਜੀ ਇਹ ਪੜੋ ਜੀ। ਚੌਪਈ ਅਨੰਦ ਮਗਨ ਮੁਖ ਬੋਲ ਨਾ ਆਵਾ, ਸੁਨਨ ਬਚਨ ਰੁਚ ਉਪਜਾਵਾ। ਕਹਿੰਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਬੋਲ ਹੀ ਇੰਨੇ ਪਿਆਰੇ ਸੀ। ਪੰਡਤਾਂ ਦਾ ਪੰਡਤ ਹਰਦਿਆਲ ਇੰਨਾ ਗੁਣੀ ਜਨਮ ਹੁੰਦੇ ਵੀ ਜ਼ੁਬਾਨ ਤੋਂ ਬੋਲ ਨਹੀਂ ਪਾ ਰਿਹਾ। ਆਨੰਦ ਦੇ ਵਿੱਚ ਕਿਸੇ ਵੱਖਰੀ ਬਿਮਾਰੀ ਵਿੱਚ ਗਵਾਚ ਗਿਆ। ਅਨੰਤ ਜਿਤ ਚੁਬੈ ਸੇ ਸੁਭ ਨੀਤੀ, ਸੋਭਲੇ ਲਖ ਪਾਛਲ ਰੀਤੀ। ਔਰ ਕਹਿੰਦੇ ਇਸ ਤਰ੍ਹਾਂ ਫਿਰ ਜਿਹੜੇ ਦੂਜੇ ਸਨ ਨਾ, ਉਹ ਕਹਿੰਦੇ ਤੁਸੀਂ ਤਾਂ ਬੋਲੋ। ਕਹਿਣ ਲੱਗੇ ਕਿ ਬਸ ਭਾਈ ਮੇਰੇ ਤੋਂ ਨਹੀਂ ਉਹਨੂੰ ਬੋਲਿਆ ਜਾਣਾ, ਕਿਉਂਕਿ ਜਦੋਂ ਕੋਈ ਮਰਤਬਾ ਪਾ ਲੈਂਦਾ ਉਹ ਚੁੱਪ ਹੋ ਜਾਂਦਾ। ਉਹ ਰੌਲਾ ਹੋਣਾ ਚਾਹੀਏ ਜਿੰਨਾ ਚਿਰ ਕੁਛ ਮਿਲਿਆ ਨਹੀਂ। ਉਹ ਕਹਿੰਦੇ ਜਿਨ ਹਰ ਪਾਇਆ ਜਿਨ੍ਹਾਂ ਜਿਨ੍ਹਾਂ ਨੂੰ ਸੱਚੀ
ਇੰਤਜ਼ਾਰ ਹੋ ਗਈ, ਉਹ ਤਾਂ ਚੁੱਪ ਹੋ ਗਏ। ਤੇ ਜਿਹੜੇ ਦੇਵਤਾ ਉਹ ਉਦਾਂ ਹੀ ਤੁਰੇ ਫਿਰਦੇ ਨੇ। ਪਿਆਰ ਦੀ ਖੇਡ ਹੈ। ਜਿਸ ਤਰ੍ਹਾਂ ਇੱਕ ਬੱਚੀ ਆਪਣੇ ਛੋਟੇ ਜਿਹੇ ਵੀਰੇ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਤੇ ਹੇਮਕੁੰਟ ਸਾਹਿਬ ਜਾ ਰਹੀ, ਤੇ ਉਹਦੇ ਲਾਗੇ ਇੱਕ ਬਾਪੂ ਜਾ ਰਿਹਾ, ਉਹਦੇ ਹੱਥ 'ਚ 10 ਕਿਲੋ ਦਾ ਝੋਲਾ ਤੇ ਡੰਡਾ, ਤੇ ਉਹ ਤੁਰਿਆ ਜਾਂਦਾ ਤੇ ਬੱਚੀ ਉਹਦੇ ਲਾਗੋਂ ਆਪਣੇ ਵੀਰੇ ਨੂੰ ਮੋਢਿਆਂ ਤੇ ਚੁੱਕਿਆ ਤੇ ਦੌੜ ਕੇ ਲੰਘ ਗਈ। ਫੇਰ ਅੱਗੇ ਜਾ ਕੇ ਉਹ ਬਜ਼ੁਰਗ ਜਿਹੜਾ ਸਾਹ ਲੈ ਜਾਵੇ, ਜਿੱਥੇ ਇਕੱਠੇ ਹੋਏ ਨਾ, ਦੋ ਜਗ੍ਹਾ ਹੁੰਦੀਆਂ, ਇੱਕ ਹੁੰਦਾ ਰਿਸ਼ੀਕੇਸ਼, ਇਸ ਤਰ੍ਹਾਂ ਕਰਕੇ ਰਿਸ਼ੀਕੇਸ਼, ਉਹ ਜਿੱਥੇ ਜੱਟ ਦਾ ਮੇਲ ਹੋਇਆ, ਕਹਿੰਦਾ ਪੁੱਤ ਇੱਕ ਗੱਲ ਪੁੱਛਾਂ, ਭਾਰ ਤੇਰੇ ਕੋਲੇ ਵੀ ਹੋਣਾ ਤੇ ਭਾਰ ਮੇਰੇ ਕੋਲੇ ਵੀ ਹੋਣਾ। ਹਾਂਜੀ, ਭਾਰ ਤੇਰੇ ਕੋਲੇ ਵੀ ਹੋਣਾ ਤੇ ਮੇਰੇ ਕੋਲੇ ਵੀ। ਮੇਰੀ ਉਮਰ 50 ਸਾਲ, ਤੇਰੀ 12 ਸਾਲ। ਤੇ ਪਰ ਮੈਂ ਹੈਰਾਨ ਹੈ ਕਿ ਤੂੰ ਥੱਕਦੀ, ਤੂੰ ਹੱਸ ਹੱਸ ਕੇ ਤਾਂ ਚੜ੍ਹਦੀ ਜਾਂਦੀ, ਤੇ ਮੈਨੂੰ ਤਾਂ ਔਖਾ ਹੋਇਆ ਪਿਆ ਹੈ। ਕਿ ਉਹ ਬੱਚੀ ਕਹਿੰਦੀ ਬਾਪੂ ਫਰਕ ਕਿੱਥੇ ਹੈ, ਤੂੰ ਭਾਰ ਚੁੱਕਿਆ ਏ, ਮੈਂ ਭਰਾ ਚੁੱਕਿਆ ਏ। ਵਾਹਿਗੁਰੂ। ਤੂੰ ਭਾਰ ਚੁੱਕਿਆ ਏ, ਭਰਾਵਾਂ ਦਾ ਕਦੇ ਬੋਝ ਨਹੀਂ ਹੁੰਦਾ। ਜੇ ਕਿਸੇ ਨੂੰ ਭਰਾ ਕਹੀਏ ਨਾ, ਉਹਦਾ ਬੋਝ ਨਹੀਂ ਹੁੰਦਾ। ਕਹਿੰਦੀ ਫਰਕ ਇੰਨਾ ਕਿ ਮੈਂ ਪਿਆਰ ਆਪਣਾ ਚੁੱਕਿਆ ਏ, ਜਿਹੜਾ ਪਿਆਰ ਹੋਵੇ ਉਹਦਾ ਬੋਝ ਨਹੀਂ ਹੁੰਦਾ। ਤੇ ਤੂੰ ਭਾਰ ਚੁੱਕਿਆ ਏ, ਵਜਨ ਭਾਵੇਂ ਉਨਾ ਹੀ ਮੇਰੇ ਭਰਾ ਦਾ ਤੇ ਤੇਰੇ ਥੈਲੇ ਦਾ, ਪਰ ਫਰਕ ਇੰਨਾ ਹੈ ਕਿ ਮੇਰੇ ਚੱਕਣ ਦੇ ਵਿੱਚ ਪਿਆਰ ਹੈ, ਤੇਰੇ ਚੱਕਣ ਦੇ ਵਿੱਚ ਬੋਝ ਹੈ। ਫਕੀਰ ਦੀਆਂ ਅੱਖਾਂ ਰਹਿ ਗਈਆਂ, ਕਹਿੰਦੇ ਵਾਹ ਵੇ ਰੱਬਾ, ਸਾਰੀ ਜ਼ਿੰਦਗੀ ਮੱਥਾ ਟੇਕਦਿਆਂ ਲੰਘ ਗਈ, ਅਜੇ ਤਾਈਂ ਤੇਰੇ ਨਾਲ ਪਿਆਰ ਹੀ ਨਹੀਂ ਹੋਇਆ। ਪਿਆਰ ਜਦੋਂ ਹੋ ਗਿਆ, ਉਦੋਂ ਮਹਾਰਾਜ ਨੇ ਸਾਰਾ ਕੁਝ ਕੁਰਬਾਨ ਕਰ ਦੇਣਾ ਏ। ਅਜੇ ਆਪਣਾ ਪੂਰੀ ਤਰ੍ਹਾਂ ਮਹਾਰਾਜ ਨੂੰ ਜੀਵਨ ਸਮਰਪਣ ਨਹੀਂ ਹੋਇਆ। ਤਾਂ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਬੋਲ। ਪੰਡਤ ਹਰਦਿਆਲ ਜੀ ਬੋਲਿਆ ਤੇ ਦੂਸਰੇ ਫਿਰ ਕਹਿੰਦੇ ਸੋ ਬੋਲੇ ਲੱਖ ਪਾਤਸ਼ਾਹੀ ਦੀ, ਜਿਹੜੇ ਪਿੱਛੇ ਬੈਠੇ ਸਨ। ਓ ਬਾਲਕ ਇਹ ਜਗ ਚੁੱਪ ਬੀਤਾ, ਵੇਦ ਪੰਥ ਮੈਂ ਗਿਨਿਓ ਪੁਨੀਤਾ। ਉਹ ਕਹਿਣ ਲੱਗੇ ਵੀ ਇਹ ਬਾਲਕ, ਇਹ ਮਹਾਰਾਜ ਸਾਹਿਬ ਜੀ ਨੂੰ ਕਹਿੰਦੇ ਹੈ ਬੱਚੇ, ਇਹ ਜਨੇਊ ਜਿਹੜਾ ਰੀਤ ਹੈ ਪੰਥ ਦੀ, ਸਾਡੇ ਵੇਦਾਂ ਦੀ ਪਵਿੱਤਰ ਸਮਝੀ ਜਾਂਦੀ ਤੇ ਸ਼ੁਰੂ ਤੋਂ ਚੱਲ ਰਹੀ ਹੈ। ਪਰਮ ਪਰ ਪਾਵਨ ਪਰ ਧਰਮਾ, ਜਿਜ ਬਾਹਜ ਕੋ ਰਾਖਤ ਧਰਮਾ। ਇਸ ਤਰ੍ਹਾਂ ਜਿਹੜਾ ਵੀ ਖੱਤਰੀ ਬ੍ਰਾਹਮਣ ਹੈ, ਜਿਹਨਾਂ ਤੇ ਜਨੇਊ ਨਹੀਂ ਪਾਉਂਦਾ, ਉਹ ਧਰਮੀ ਨਹੀਂ ਸਮਝਿਆ ਜਾਂਦਾ। ਬ੍ਰਹਮਾਦਿਕ ਤੇ ਇਹ ਚੱਲਿਆ ਵਾ, ਸਨਤ ਸਨੰਦਨ ਸਭ ਪਹਿਰਾਵਾ। ਕਹਿੰਦੇ ਬ੍ਰਹਮਾ ਜੀ ਤੋਂ ਚੱਲਿਆ ਆ ਰਿਹਾ। ਬ੍ਰਹਮਾ ਦੇ ਪੁੱਤਰ ਹੋਏ ਸਨਤ, ਸਨੰਦ, ਸਨਾਤਨ ਤੇ ਸੰਤ ਕੁਮਾਰ। ਇਹ ਸਾਰਿਆਂ ਨੇ ਇਸ ਚੀਜ਼ ਨੂੰ ਧਾਰਨ ਕੀਤਾ ਹੈ। ਜੋ ਜੇ ਹਮ ਕੀਨੀ ਉਕਤ ਨਵੀਨਾ, ਪੇਲੋ ਇਹ ਤੋ ਸਮਰਥ ਪਰਵੀਨਾ। ਕਹਿੰਦੇ ਇਸ ਕਰਕੇ ਕੋਈ ਨਵੀਂ ਗੱਲ ਤਾਂ ਨਹੀਂ ਹੈ, ਜੋ ਸ਼ੁਰੂ ਤੋਂ ਚੱਲਿਆ ਆ ਰਿਹਾ, ਅਸੀਂ ਵੀ ਅੱਗੇ ਉਹੋ ਹੀ ਕਰੀ ਜਾ ਰਹੇ ਹਾਂ। ਇਸੇ ਤਰ੍ਹਾਂ ਸਾਧ ਸੰਗਤ ਕੁਝ ਸਮਝਿਓ, ਸਾਡੇ ਵਿੱਚ ਵੀ ਪੜ੍ਹੇ ਲਿਖੇ ਅਨਪੜ੍ਹ ਆਪਾਂ, ਤੁਹਾਨੂੰ ਪਤਾ ਪੜ੍ਹੇ ਲਿਖੇ ਅਨਪੜ੍ਹ ਆਪਾਂ। ਅੱਜ ਵੀ ਬੱਚੇ ਨੇ ਡਬਲ MA ਕੀਤੀ ਹੈ, LLB ਕੀਤੀ ਹੈ, ਤੇ ਕਿਸੇ ਸਿਆਣੇ ਪੰਡਤ ਨੇ ਆਖਿਆ ਕਿ ਇਹਨਾਂ ਦੀ ਨੌਕਰੀ ਨਹੀਂ ਮਿਲਦੀ, ਇਹਨਾਂ ਵੀ ਕੋਈ ਜੌਂ ਲੈ ਕੇ ਪਾਈਆ ਤੇ ਚੌਕ ਦੇ ਵਿੱਚ ਖਿਲਾਰੀ। ਇਹਨੂੰ ਕਹਿੰਦੇ ਪੜ੍ਹੇ ਲਿਖੇ ਅਨਪੜ੍ਹ। ਤੇ ਇੰਨੀ ਸਟੱਡੀ ਕਰ ਲਈ ਹੈ ਤੇ ਪੰਡਤ ਕਹਿੰਦਾ ਜੀ ਨੌਕਰੀ ਨਹੀਂ ਮਿਲਦੀ, ਕਹਿੰਦਾ ਨਾਰੀਅਲ ਕਾਲੇ ਕੱਪੜੇ 'ਚ ਲਪੇਟ ਕੇ ਜਦੋਂ ਸੂਰਜ ਡੁੱਬੂਗਾ ਤੇ ਉਦੋਂ ਵਗਦੇ ਪਾਣੀ 'ਚ ਪਾ ਦੀ। ਇਹਨੂੰ ਕਹਿੰਦੇ ਪੜ੍ਹੇ ਲਿਖੇ ਅਨਪੜ੍ਹ। ਤੋ ਇਸ ਕਰਕੇ ਸਾਡੇ ਦੇਸ਼ ਦਾ ਭਵਿੱਖ ਹਨੇਰੇ 'ਚ ਹੈ। ਜਿੱਦਾਂ ਕਹਿੰਦੇ ਵੀ ਸ਼ੇਖ ਫਤਿਹ ਖੀਰ ਨਾ ਚੜਾਈਏ ਤੇ ਮੱਝ ਨਹੀਂ ਮਿਲਦੀ, ਵੀ ਠੀਕ ਸ਼ੇਖ ਪਤਾ ਰੁੱਸ ਜਾਂਦਾ ਹੈ ਨਾ। ਤੋ ਗੋਰਿਆਂ ਦੀਆਂ ਗਾਵਾਂ ਮੱਝਾਂ ਤਾਂ 50-50 ਕਿਲੋ ਦੁੱਧ ਦਿੰਦੀਆਂ, ਉੱਥੇ ਤਾਂ ਕੋਈ ਸ਼ੇਖ ਪਤਾ ਹੈਗਾ ਹੀ ਨਹੀਂ। ਗੱਲ ਪੜ੍ਹਿਆ ਲਿਖਿਆ ਵਾਲੀ ਨਾ, ਉਹ ਵੇਖ ਲਓ ਕਿ ਉਹਨਾਂ ਦੇ ਕੋਲ ਨਿੱਕਰ ਪਲੈਨ, ਕੋਈ ਧਾਗਾ, ਕੋਈ ਤਵੀਤ, ਕੋਈ ਕੁਝ ਨਹੀਂ। ਜੇ ਧਾਗੇ ਨਾ ਰੱਖਾਂ ਹੁੰਦੀਆਂ ਤਾਂ ਸਾਰੇ ਗੋਰੇ ਮਰ ਜਾਣੇ ਚਾਹੀਦੇ ਸੀ, ਉਹਦਾ ਕੋਈ ਨਹੀਂ ਰਹਿਣਾ ਚਾਹੀਦਾ। ਇਸ ਕਰਕੇ ਪੰਡਤਾਂ ਨੇ ਬਾਬੇ ਨੂੰ ਚੈਲੰਜ ਕੀਤਾ, ਇਹਨਾਂ ਚੋਂ ਕੀ ਸਿੱਖਣਾ ਆਪਾਂ ਕਥਾ ਚੋਂ ਕੁਝ। ਬਾਬੇ ਨੂੰ ਕਹਿੰਦੇ ਵੀ ਸ਼ੁਰੂ ਤੋਂ ਚੱਲੀ ਆਉਂਦੀ ਵੱਡਿਆਂ ਤੋਂ, ਅਸੀਂ ਨਹੀਂ ਚਲਾਈ ਹੈ, ਯਾਨੀ ਜਿੱਦਾਂ ਸਾਡੇ ਵੱਡੇ ਕਰਦੇ ਰਹੇ ਉਸ ਤਰ੍ਹਾਂ ਕਰਦੇ ਰਹੇ। ਤੇ ਪਰਵਾਨਾ ਸਾਹਿਬ ਦੀ ਕਹਾਵਤ ਤੇ ਕਹਿੰਦੇ 20 ਭੇਡਾਂ ਤੁਰੀਆਂ ਜਾਣ, ਅੱਗੇ ਟੋਆ ਸੀ, ਇੱਕ ਭੇਡ ਉਹਦੇ ਵਿੱਚ ਡਿੱਗ ਪਈ, ਤੇ ਦੂਜਾ ਕਹਿੰਦਾ ਬਾਕੀ ਕਿੰਨੀਆਂ, ਕਹਿੰਦਾ 19। ਇੱਕ ਨੂੰ ਹੋਰ ਪੁੱਛਿਆ ਕਹਿੰਦੇ ਬਾਕੀ ਕਿੰਨੀਆਂ, ਕਿਤੇ ਕੋਈ ਵੀ ਨਹੀਂ। ਉਹ ਜਿਹੜਾ 19 ਵਾਲਾ ਸੀ ਉਹ ਕਹਿੰਦੇ ਤੇਰਾ ਜਵਾਬ ਗਲਤ ਹੈ,
ਗਲਤ ਕਿਦਾਂ ਇੱਕ ਡੇਲੀ ਬਾਕੀ ਜਵਾਨ ਹੈ ਜਿਹੜਾ ਲਾਗੇ ਸੀ ਕਿਹੜਾ 2 ਮਿੰਟ ਰੁਕ ਜਾ ਸਾਰੀਆਂ ਹੀ ਜਾਣਗੀਆਂ ਆਪਕੋ ਸਤਿਨਾਮ। ਕਿਉਂਕਿ ਜਿੱਦਾਂ ਇੱਕ ਗਈ ਤਾਂ ਮਗਰੇ ਸਭ ਨੇ ਉੱਥੋਂ ਹੀ ਜਾਣਾ ਹੈ। ਇਸ ਕਰਕੇ ਸਾਡੇ ਅੰਦਰ ਵੀ ਇਹੀ ਚਾਲ ਹੈ ਵੀ ਜੇ ਇੱਕ ਨੇ ਏਦਾਂ ਕੀਤਾ ਤਾਂ ਮਹਾਂਪੁਰਖ ਕਹਿੰਦੇ ਹੁਣ ਟਰਾਲੀ ਸੰਗਤ ਦੀ ਆਈ ਆ ਤੇ ਤੁਸੀਂ ਇੱਕ ਚੀਜ਼ ਵੇਖਿਓ ਸਾਹਮਣੇ ਦਰਖਤ ਹੈ ਨਾ ਹਰੇਕ ਦਾ ਜਿੱਥੇ ਆਪਾਂ ਮੋਟਰਸਾਈਕਲ ਲਾਏ ਆ ਤੇ ਕਹਿੰਦੇ ਚੁੱਪ ਕਰਕੇ ਆ ਕੇ ਨਾ 10 ਰੁਪਏ ਕੱਢ ਕੇ ਹਰੇਕ ਦੇ ਮੁੱਢ ਨੂੰ ਮੱਥਾ ਟੇਕ ਕੇ 2 ਮਿੰਟ ਏਦਾਂ ਕਰਕੇ ਪਰਕਰਮਾ ਕਰਿਓ ਸਾਰੀ ਟਰਾਲੀ ਮਗਰੇ ਟੇਕੂ। ਪੁੱਛਣਾ ਕਿਸੇ ਨੇ ਨਹੀਂ ਸਾਰੇ ਕਹਿਣਾ ਇਹ ਧਰੇਕ ਮਾਰੇ ਨੇ ਲਾਈ ਹੋਣੀ ਆ ਕੋਈ ਸਤਿਨਾਮ। ਇਸ ਕਰਕੇ ਮਹਾਰਾਜ ਕਹਿੰਦੇ ਹੁਣ ਇਹ ਇੱਥੇ ਨੀਂਹ ਰੱਖੀ ਜਾ ਰਹੀ ਨਾ ਨਿਰਮਲ ਪੰਥ ਦੀ। ਬਾਬਾ ਦੁਨੀਆ ਨੂੰ ਤਾਰਨ ਆਇਆ ਭੁੱਲਿਆ ਭੜਕਿਆ ਪੰਡਤ ਕਹਿੰਦੇ ਜੀ ਸਾਰੇ ਪਾਉਂਦੇ ਸਾਰੇ ਇਹ ਸ਼ੁਰੂ ਤੋਂ ਕਰਦੇ ਆਏ ਆ ਤੇ ਮਹਾਰਾਜ ਸੁਣ ਰਹੇ ਹਨ। ਚਲੋ ਬਾਰ ਪਛ ਬਿਲਕੁਲ ਚਾਲੀ ਕਿਉਂ ਤੁਮ ਸਭ ਤੇ ਚਾਹੋ ਨਿਰਾਲੀ। ਇਹ ਬਾਬਾ ਨਾਨਕ ਜੀ ਤੁਸੀਂ ਕਾਹਤੋਂ ਸਾਰਿਆਂ ਤੋਂ ਵੱਖਰੇ ਚੱਲਦੇ ਆ ਜਿੱਦਾਂ ਸਾਰੇ ਚੱਲਦੇ ਤੁਸੀਂ ਵੀ ਚੱਲੀ ਜਾਓ ਬੇਦੀਆਂ ਦੇ ਘਰ ਤੁਸੀਂ ਜਨਮ ਲਿਆ ਇੰਨਾ ਵਿਵਾਦ ਕਾਹਤੋਂ ਪਾਇਆ ਕਿੰਨੇ ਭੈਣ ਭਰਾ ਪਰੇਸ਼ਾਨ ਹੁੰਦਾ ਹੈ ਪੰਡਤ ਬੈਠੇ ਆ ਇੱਕ ਧਾਗਾ ਹੀ ਤਾਂ ਪਾਉਣਾ ਹੈ ਬਾਬਾ ਕਹਿੰਦਾ ਧਾਗੇ ਦਾ ਤੇ ਰੌਲਾ ਤੁਸੀਂ ਧੱਕੇ ਨਾਲ ਨਹੀਂ ਪਾਉਂਦੇ ਮੈਂ ਪਾਉਣਾ ਨਹੀਂ ਗੁਰੂ ਪਿਆਰ ਦਾ ਮੱਥਾ ਜੀ। ਅੱਜ ਪਹਿਲੇ ਜਾਮੇ 'ਚ ਧੱਕੇ ਨਾ ਪਾਉਂਦੇ ਤੇ ਗੁਰੂ ਕਹਿੰਦਾ ਨਹੀਂ ਪਾਉਣਾ। 9ਵੇਂ ਜਾਮੇ 'ਚ ਧੱਕੇ ਨਾਲ ਰੰਗ ਜੇ ਲਾਉਂਦਾ ਸੀ ਤੇ ਗੁਰੂ ਕਹਿੰਦਾ ਮੈਂ ਲਾਉਣ ਨਹੀਂ ਦੇਣਾ। ਗੱਲ ਧਾਗੇ ਦੀ ਨਹੀਂ ਹੈ ਗੱਲ ਧਰਮ ਦੀ ਹੈ ਗੱਲ ਪਿਆਰ ਦੀ ਹੈ। ਅੱਜ ਧਾਗਾ ਪਾਉਂਦਾ ਹੈ ਤੇ ਬਾਬਾ ਨਾਨਕ ਸਭ ਦੇ ਵਿਰੋਧ 'ਚ ਬੈਠਾ ਵੀ ਨਹੀਂ ਪਾਉਣਾ ਤੇ ਜਿੱਦਣ ਉੱਥੇ 100 ਪੰਡਤ ਇਕੱਠਾ ਹੋ ਕੇ ਆਇਆ ਵੀ ਸਾਡਾ ਜਨੇਊ ਲਾਉਂਦਾ ਰੰਗਦੇਵ ਤੇ ਗੁਰੂ ਤੇਗ ਬਹਾਦਰ ਕਹਿੰਦੇ ਮੈਂ ਲੈਣ ਨਹੀਂ ਦੇਣਾ। ਰੰਗਦੇਵ ਕਹਿੰਦੇ ਜੇ ਨਹੀਂ ਲੈਣ ਦੇਣਾ ਤੇ ਫਿਰ ਸਿਰ ਦੇ ਤੇ ਬਾਹਰ ਸੱਚੇ ਪਾਤਸ਼ਾਹ ਕਹਿੰਦੇ ਲੈ ਲਓ ਜੇ ਮੇਰਾ ਸਿਰ ਦਿੱਤਿਆਂ ਇੰਨਿਆਂ ਦੇ ਘਰ ਵਸਣ ਦੇ ਆ ਤੇ ਉਦਾਂ ਵੀ ਤਾਂ ਇੱਕ ਦਿਨ ਦੁਨੀਆ ਤੋਂ ਜਾਣਾ ਕਿਸੇ ਦਾ ਵਸਾ ਦਈਏ। ਉਸ ਵੇਲੇ ਮਹਾਰਾਜ ਕਹਿੰਦੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਹੀ ਜਲਾਦ ਆ ਕੇ ਕਹਿੰਦਾ ਬਾਬਾ ਤਿਆਰ ਹੋ ਜਾ ਮੇਰੀ ਤੇਗ ਨੇ ਕਦੇ ਕਿਸੇ ਨੂੰ ਬਖਸ਼ਿਆ ਨਹੀਂ ਤੇ ਮਹਾਰਾਜ ਕਹਿੰਦੇ ਵੀ ਤਿੱਖੀ ਕਰ ਲਾ ਕਿਤੇ ਵੇਖੀ ਸਾਡੀ ਗਰਦਨ ਦੇ ਅੱਧ 'ਚ ਨਾ ਰਹਿ ਜੇ। ਉਹ ਹੱਸ ਕੇ ਕਹਿੰਦਾ ਤੁਹਾਨੂੰ ਖੈਰ ਪਤਾ ਨਹੀਂ ਸਾਡੀ ਪੀੜੀ ਜਲਾਦਾਂ ਦੀ ਹੈ ਮੇਰਾ ਪਿਓ ਜਲਾਦ ਮੇਰਾ ਦਾਦਾ ਜਲਾਦ ਮੇਰਾ ਬਾਬਾ ਇਹਦੇ ਪਹਿਲੀ ਵਾਰੀ ਹੱਸੇ ਗੁਰੂ ਤੇਗ ਬਹਾਦਰ ਜਿੱਥੇ ਅੱਜ ਕਿਸਾਨ ਬੈਠੇ ਉਸੇ ਦਿੱਲੀ 'ਚ ਮੇਰੇ ਪਾਤਸ਼ਾਹ ਬੈਠੇ ਹੱਸ ਕੇ ਕਹਿੰਦੇ ਅੱਛਾ ਤੁਹਾਡੇ ਵੱਡੇ ਜਲਾਦ ਹੋਏ ਹੈ ਚੱਲ ਫਿਰ ਰਾਜਾ ਆਪਣਾ ਰਿਸ਼ਤਾ ਬੜਾ ਡੂੰਘਾ ਸਾਡੇ ਵੱਡੇ ਸ਼ਹੀਦ ਹੋਏ। ਉੱਥੇ ਬਚਨ ਚੱਲਿਆ ਕਹਿੰਦੇ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਵਾਰ ਨਹੀਂ ਪਰਖੀ 100 ਤੇਗਾਂ ਮੈਂ ਤੇ ਜੰਮੇ ਤੇਗਾਂ ਦੀ ਸ਼ਾਨ ਥੱਲਿਓ ਮੇਰੇ ਪਿਓ ਨੇ ਪਾਈਆਂ ਸੀ 2 ਤੇਗਾਂ ਤੇਰਾ ਮੇਰੇ ਪਿਓ ਦੀ ਅੱਖ ਬਹਾਦਰੀ ਤੇਰੇ ਆ ਪਰਖਦਾ ਤੇਰਾ ਪਿਓ ਤੇਗਾ ਮੇਰੇ ਪੁੱਤਰ ਦੀ ਤੇਗ ਚੋਂ ਤੇਗ ਨਿਕਲੂ ਜਿਹੜੀ ਲਵੇਗੀ ਤੇਰੀਆਂ ਖੋਹ ਤੇਗਾ। ਬੋਲੇ ਇੱਥੋਂ ਪਤਾ ਲੱਗਦਾ ਵੀ ਗੁਰੂ ਨਾਨਕ ਦੇ ਘਰ ਜੇ ਕੋਈ ਪਿਆਰ ਕਰਕੇ ਆਵੇ ਨਾ ਤੇ ਬਾਬਾ ਸਿਰ ਵੀ ਦੇ ਦਿੰਦਾ ਹੈ। ਜਦੋਂ ਇਸ ਘਰ 'ਚ ਕੋਈ ਚੜ੍ਹ ਕੇ ਆਵੇ ਤੇ ਬਾਬਾ ਸਿਰ ਵੀ ਉਡਾ ਦਿੰਦਾ ਹੈ। ਇਹ ਮਹਾਰਾਜ ਨੇ ਸਾਨੂੰ ਪ੍ਰਕਰਮ ਦਿੱਤਾ ਇੱਕ ਪਦਾਰਥ ਇੱਕ ਪਰਮਾਰਥ ਹੈ। ਪਦਾਰਥ ਦੁਨੀਆ 'ਚ ਪਰਮਾਰਥ ਰੱਬ ਦੇ ਘਰੋਂ ਮਿਲਦਾ ਹੈ। ਸੁਣ ਸ੍ਰੀ ਨਾਨਕ ਬਚਤ ਵਿੱਚ ਵਰਕਾ ਬੋਲੇ ਤੈ ਮਤ ਕਰਤਿਓ ਤਰਕਾ। ਹਮਾਰੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੁਸੀਂ ਉਹ ਤਰਕ ਕਰਦੇ ਆ ਸਾਡੇ ਤੇ ਤਰਕ ਕੀਤੀ ਆ ਤੁਸੀਂ ਮਹਾਰਾਜ ਸੱਚੇ ਪਾਤਸ਼ਾਹ ਹਾਂ ਇਹ ਤਰਕੀ ਸਮਝ ਲਓ ਕਿ ਸਾਡੀ ਰੀਤੀ ਨੂੰ ਤੁਸੀਂ ਕਾਹਤੋਂ ਨਹੀਂ ਬਣਾਉਣਾ ਚਾਹੁੰਦੇ। ਅਸੀਂ ਸ਼ੁਰੂ ਤੋਂ ਕੀਤੀ ਰੀਤੀ ਪਰ ਤੁਸੀਂ ਉਲਟ ਕਾਹਤੋਂ ਕਰ ਦਿੱਤੀ ਹੈ। ਉਸ ਵੇਲੇ ਹੁਣ ਮਹਾਰਾਜ ਸਾਹਿਬ ਜੀ ਗੁਰਬਾਣੀ ਦੇ ਨਾਲ ਇਹਨਾਂ ਦਾ ਭਰਮ ਨਿਵਾਰਨ ਕਰਦੇ ਹਨ। ਸ੍ਰੀ ਮੁਖ ਵਾਕ ਚੌਕੜ ਮੂਲ ਅੜਾਈਆ ਬਹਿ ਚੌਕੇ ਪਾਇਆ। ਇਹ ਭਗਤੀ ਹੈ ਆਸਾ ਦੀ ਬਾਤ तुम्हारे सच्चे पातशाह दया के सागर कहते चौकड़ मुल अनाया मैं चौंके पाया। चौके च बैठे सी ना महाराज ते पंडित भी कहते तुहाडा 4 कोटियां दा धागा दुकान तो खरीद के लिया। हुण इत्थे 1 मिनट मैं रुकना चाहांगा मेरिया भैणां नाल गुस्से हो जिओ
ਇੱਕ ਤਸਵੀਰ ਬਣਾਈ ਸੀ ਕਿਸੇ ਨੇ ਬਾਬੇ ਨਾਨਕ ਦੇ ਰੱਖੜੀ ਬੰਨ੍ਹਣ ਦੀ ਬੇਬੇ। ਉਹ ਤਸਵੀਰ ਸ਼ਰਧਾ ਨਾਲ ਬਣ ਗਈ, ਪਿਆਰ ਦੇ ਨਾਲ ਬਣ ਗਈ ਹੈ, ਕਿਉਂਕਿ ਹੋ ਵੀ ਸਕਦਾ ਕਿ ਬਾਬਾ ਪਿਆਰ ਦੇ ਵਿੱਚ ਸਭ ਕੁਝ ਕਰ ਲੈਂਦਾ ਏ, ਧੱਕਾ ਨਹੀਂ ਜਾਂਦਾ। ਕਈ ਵਿਦਵਾਨ ਇਸ ਚੀਜ਼ ਦਾ ਵਿਰੋਧ ਬੜਾ ਕਰਦੇ ਆ ਕਿ ਕਹਿੰਦੇ ਉਹ ਤਾਂ ਪਖੰਡ ਹੈ, ਉਹ ਫੋਟੋ ਗਲਤ ਬਣਾਈ ਹੈ। ਪਰ ਜਦੋਂ ਗੁਰੂ ਨਾਨਕ ਦਾ ਜੀਵਨ ਪੜ੍ਹੀਏ ਨਾ ਤਾਂ ਮਹਾਰਾਜ ਦੇ ਪਿਆਰ ਦੇ ਬੰਦੇ ਤੁਹਾਡੇ ਰਾਜ ਦੇ ਕੜਾਏ ਦੇ ਕੋਲ ਵੀ ਬਹਿ ਗਏ ਸੀ, ਬੈਠੇ ਕਿ ਨਹੀਂ ਬੈਠੇ। ਮਹਾਰਾਜ ਪਿਆਰ ਦੇ ਵਿੱਚ ਲਾਲੋ ਦੀ ਕਿੰਨਾ ਦਿਨਾਂ ਦੀ ਪਈ ਰੋਟੀ ਵੀ ਖਾਧੀ ਜੇ। ਪਿਆਰ ਦੇ ਬਦਲੇ ਬਾਬੇ ਨੇ ਬੜਾ ਕੁਝ ਕੁਰਬਾਨ ਕੀਤਾ। ਹੋ ਸਕਦਾ ਕਿਸੇ ਦਾ ਦਿਲ ਨਾ ਦਿਖਾਓ। ਕਈ ਬੜੇ ਗਿਆਨਾਂ ਸੁਣਾਉਂਦੇ, ਮੈਂ ਤੇ ਭਾਵੇਂ ਲਾਈਵ ਚੱਲਦਾ ਮੈਨੂੰ ਝਟਕੀ ਪੈ ਜੇ, ਪਰ ਮੈਂ ਤਾਂ ਕਹਿੰਦਾ ਹੁੰਦਾ ਵੀ ਜੇ ਵਿਚਾਰੀ ਭੈਣ ਦੋ ਧਾਗਾ ਬੰਨ੍ਹੀ ਇੱਕ ਵਾਰ ਬਣਾ ਲਾ, ਪਿਆਰ ਦੇ ਨਾਲ ਉਹਨੂੰ ਪਿਆਰ ਦੇ ਦੇ ਜਿੰਨਾ ਦੇਣਾ। ਕੀ ਭੈਣੇ ਮੇਰੇ ਵਾਸਤੇ ਇੱਕ ਸੁਖਮਨੀ ਸਾਹਿਬ ਪੜ੍ਹ ਗਈ, ਮੇਰੇ ਵਾਸਤੇ 5 ਚੌਪਈ, ਮੇਰੇ ਵਾਸਤੇ 5 ਜਪਜੀ ਸਾਹਿਬ ਪੜ੍ਹਦੀ ਮੇਰੀ ਭੈਣ। ਕਿਉਂਕਿ ਬਾਣੀ ਕਹਿੰਦੀ ਗੁਰ ਕਾ ਸ਼ਬਦ ਰਖਵਾਲੇ ਚੌਕੀ ਚੌਕਿਰ ਧਰਵਾਲੇ। ਗੁਰੂ ਦਾ ਸ਼ਬਦ ਬੰਦੇ ਦੀ ਰੱਖਿਆ ਕਰਦਾ, ਨਾ ਕਿ ਧਾਗਾ। ਧਾਗੇ ਦਾ ਤੇ ਇੱਕ ਵਿਰੋਧ ਚੱਲਣ ਦਿਆ ਤਾਂ ਆਪਾਂ ਤਾਂ ਲਿਆ ਕੇ ਜੰਗਲੇ ਦਾ ਵੀ ਬੰਨਦੇ ਹੁੰਦੇ। ਕਈ ਬੜੇ ਪਿਆਰ ਨਾਲ ਲੱਗੇ ਤੇ ਲਿਖ ਨੋਟ ਕੇ ਜਿੱਧਰ ਹੋਈ ਨਾ ਉਧਰ ਹੀ ਵੇਖ ਲਿਓ ਤੁਸੀਂ ਕਥਾ ਚ ਬੜੀ ਸੰਗਤ ਹੱਸਦੀ ਸੀ। ਤਾਂ ਮੈਂ ਕਿਹਾ ਜੰਗਲੇ ਨੂੰ ਬੰਨ੍ਹੋ ਬੰਨ੍ਹੋ, ਵਿਚਾਰੇ ਦੀ ਉਮਰ ਘੱਟ ਗਈ ਲੱਗਦੀ, ਇਹ ਤਾਂ ਬਣ ਜੂਗੀ ਇਹਦੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਡਤ ਜੀ ਤੁਸੀਂ ਜਨੇਊ ਕਿੱਥੋਂ ਲਿਆਂਦਾ? 4 ਕੋਟੀਆਂ ਦੇ ਕੇ ਦੁਕਾਨ ਤੋਂ ਖਰੀਦਿਆ, ਬਹਿ ਚੌਂਕਿਆ ਪਾਇਆ ਤੇ ਫਿਰ ਵਿਹੜੇ ਦੇ ਵਿੱਚ ਬੈਠ ਕੇ ਪੌੜਾ ਕੀਤਾ। ਸਿੱਖਾਂ ਕੰਨ ਚੜਾਈਆ ਗੁਰ ਬ੍ਰਾਹਮਣ ਕੀਆ। ਔਰ ਕਹਿੰਦੇ ਬਸ ਇੰਨੀ ਕੁ ਗੱਲ ਹੈ ਵੀ ਤੁਸੀਂ ਧਾਗਾ ਦੁਕਾਨ ਤੋਂ ਖਰੀਦਿਆ ਤੇ ਬੰਦੇ ਦੇ ਕੰਨ 'ਚ 2 ਫੂਕਾਂ ਮਾਰ ਕੇ ਤੇ ਗੁਰੂ ਬਣ ਕੇ ਬਹਿ ਗਏ। ਆਖੋ ਸਤਿਨਾਮ। ਜਦੋਂ ਇੰਨੀ ਗੱਲ ਸੁਣੀ ਧਰੇਲੀ ਜੀ ਪੈ ਜਾਂਦੇ, ਕਿਉਂਕਿ ਜ਼ੋਰ ਫੜਦਾ ਨਾ ਹੋਵੇ ਤੇ ਇੱਕ ਛੋਟੀ ਉਮਰ ਵਾਲਾ ਪੁਰਸ਼ ਸਮਝਾਵੇ ਬਾਬੇ ਨਾਨਕ ਦਾ ਤਾਂ ਉਦੋਂ ਤੋਂ ਹੀ ਇਹਨਾਂ ਦੇ ਨਾਲ ਇਹਨਾਂ ਨੇ ਈਰਖਾ ਸ਼ੁਰੂ ਕਰਤੀ ਸੀ ਜਦੋਂ ਜਨੇਊ ਤੋਂ ਝਗੜਾ ਚੱਲਿਆ। ਉਹਨੂੰ ਅੱਜ ਆਪਾਂ RSS ਦੇ ਸ਼ਬਦ ਨਾਲ ਜਾਣਦੇ ਆ, ਜਿਹੜੇ ਉਦੋਂ ਤੋਂ ਹੀ ਬਾਗੀ ਹੋਏ ਸੀ, ਅਜੇ ਤੱਕ ਆਪਣੇ ਨਾਲ ਖੌਰ ਕਰਦੇ ਹੋ। ਅਜੇ ਤੱਕ ਆ ਜਿਹੜੀ ਵੀਡੀਓ ਆਈ ਸੀ ਨਾ ਸਿਰ ਤੋਂ ਮੋਨਿਆਂ ਨੇ ਗੱਲ ਤੇ ਕਾਤਰੀ ਪਾਈ, ਇਹ ਕੌਣ ਭਲਾ? ਇਹ ਉਹੋ ਹੀ ਹੈ ਜਿਨ੍ਹਾਂ ਨੂੰ ਬਾਬੇ ਨੇ ਚੌਂਕੇ 'ਚ ਬਹਿ ਕੇ ਇੱਕ ਮਸਾਲਾ ਛਕਾਇਆ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਧਾਗਾ ਦੁਕਾਨ ਤੋਂ ਲਿਆਂਦਾ ਤੇ ਤੁਸੀਂ ਪਾਉਣ ਕਰਕੇ ਗੁਰੂ ਬਣ ਕੇ ਬਹਿ ਗਏ ਜੇ। ਤੁਹਾਰੇ ਕਹਿੰਦੇ ਸਿੱਖਾ ਕੰਨ ਚੜਾਈਆ ਔਰ ਬ੍ਰਾਹਮਣ ਜਿਆ, ਵੀ ਕੰਨ 'ਚ ਫੂਕ ਮਾਰੀ ਧਾਗਾ ਬੰਨ੍ਹਤਾ ਤੇ ਆਪਣੇ ਆਪ ਨੂੰ ਗੁਰੂ ਸਮਝ ਲਿਆ। ਉਹ ਹੁਆ ਉਹ ਝੜ ਪਿਆ ਵੇ ਤੱਕਾ ਗਿਆ। ਕਹਿੰਦੇ ਜਿਹੜੇ ਬੰਦੇ ਨੂੰ ਤੁਸੀਂ ਧਾਗਾ ਬੰਨ੍ਹਿਆ ਸੀ ਜਿੱਦਣੋਂ ਮਰਿਆ, ਆਖੋ ਵਾਹਿਗੁਰੂ, ਇਹ ਰੱਖੋ ਇਹ ਰੱਖੋ। ਕਹਿੰਦੇ ਉਹ ਹੁਆ ਉਹ ਝੜ ਪਿਆ ਵੇ ਤੱਕਾ ਗਿਆ। ਕਹਿੰਦੇ ਜਦੋਂ ਬੰਦੇ ਦੀ ਡੈਥ ਹੋਈ, ਬੰਦੇ ਨੂੰ ਅਗਨ ਭੇਟ ਕੀਤਾ ਤੇ ਜਦੋਂ ਮਾੜੀ ਜਿਹੀ ਅੱਗ ਪਈ ਉਹਦੇ ਗੁੱਟ ਨੂੰ, ਉਹ ਧਾਗਾ ਜਿਹੜਾ ਟੁੱਟ ਗਿਆ। ਆਪਾਂ ਵੇਖੀ ਦੇ ਇਸ ਸੰਸਕਾਰ ਤੇ ਬਾਬਾ ਕਬੀਰ ਸਾਹਿਬ ਦਾ ਸਲੋਕ ਕਿੰਨਾ ਪਿਆਰਾ। ਬਾਬਾ ਕਬੀਰ ਸਾਹਿਬ ਕਹਿੰਦੇ ਤੁਸੀਂ ਜਾਂਦੇ ਜ਼ਰੂਰ ਜੇ ਮਰਿਆ ਨਾ, ਅੱਖਾਂ ਬੰਦ ਕਰਕੇ ਜਾਂਦੇ। ਪਤਾ ਨਹੀਂ ਕਿੰਨਿਆਂ ਦੇ ਆਪਾਂ ਗਏ ਹੋਵਾਂਗੇ। ਬਾਬਾ ਫਰੀਦ ਕਹਿੰਦਾ ਮੈਂ ਤਾਂ ਇੱਕੇ ਵਾਰੀ ਗਿਆ ਸੀ, ਮੁੜ ਕੇ ਲੋੜ ਹੀ ਨਹੀਂ ਪਈ। ਉਹਨੇ ਕੀ ਵੇਖਿਆ? ਕਹਿੰਦੇ ਜਦੋਂ ਮੈਂ ਵੇਖਿਆ ਇੱਕ ਸੁੰਦਰ ਨੌਜਵਾਨ ਦਾ ਸੰਸਕਾਰ ਹੋਇਆ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਹਾੜ ਜਰੇ ਜਿਉਂ ਲੱਕੜੀ। ਕਹਿੰਦੇ ਸਾਡੇ ਇੱਦਾਂ ਮੱਚ ਗਏ ਜਿਵੇਂ ਲੱਕੜਾਂ ਸੀ, ਕੇਸ ਜਰੇ ਜਿਉਂ ਘਾਸ। ਕਹਿੰਦੇ ਆ ਜਿਹੜੇ ਕੇਸ ਇੰਨੇ ਸੋਹਣੇ ਸੀ ਜਿਵੇਂ ਘਾਹ ਸਕਦਾ। ਕਹਿੰਦੇ ਮੈਂ ਅੱਖੀਂ ਵੇਖਿਆ ਇਹਨੂੰ ਜੱਗ ਜਨਤਾ ਦੇਖ ਕੇ ਕਹਿੰਦੇ ਮੇਰੇ ਮਨ 'ਚ ਆਇਆ ਹੋਵੇ ਇੱਥੋਂ ਸਾਰਿਆਂ ਨੇ ਲੰਘਣਾ, ਭਾਵੇਂ ਆਸ ਕਰਨਾ ਕਰ ਰਿਹਾ ਲੰਘਣਾ ਤਾਂ ਪੈਣਾ ਹੀ। ਇਸ ਕਰਕੇ ਕਹਿੰਦੇ ਇਹੋ ਜੱਗ ਜਨਤਾ ਦੇਖ ਕੇ ਭਇਓ ਕਬੀਰ ਉਦਾਸ। ਕਬੀਰ ਸਾਹਿਬ ਕਹਿੰਦੇ ਮੇਰੇ ਇੰਨੀ ਸੱਟ ਵੱਜੀ, ਮੈਂ ਆਖਿਆ ਲੋਕੀ ਆਏ ਜ਼ਰੂਰ ਆ ਪਰ ਇਹਨਾਂ ਅੱਖਾਂ ਬੰਦ ਕੀਤੀਆਂ। ਮੈਂ ਇੱਕੇ ਵਾਰੀ ਇਹ ਸਭ ਕੁਝ ਵੇਖਿਆ ਸੀ ਤੇ ਦੁਨੀਆ ਤੋਂ ਦਿਲ ਹੀ ਟੁੱਟ ਗਿਆ। ਇਹੋ ਜੱਗ ਜਨਤਾ ਦੇਖ ਕੇ ਭਇਓ ਕਬੀਰ ਸਾਹਿਬ ਕਹਿੰਦੇ ਮੈਂ ਉਦਾਸ ਹੋ ਗਿਆ, ਮੇਰਾ ਮਨ ਪਰੇਸ਼ਾਨ ਹੋ ਗਿਆ ਵੀ ਕੀ ਹੈ ਇੱਥੇ।
ਕੱਖ ਨਹੀਂ ਹੈਗਾ, ਨਾ ਕੋਈ ਕਿਸੇ ਦਾ ਭੈਣ, ਨਾ ਭਰਾ, ਨਾ ਕੋਈ ਚਾਚਾ, ਨਾ ਕੋਈ ਤਾਇਆ, ਨਾ ਕੋਈ ਕਿਸੇ ਦੇ ਬੱਚੇ, ਨਾ ਕੋਈ ਵਾਈਫ। ਇਹ ਖੇਡ ਕੀ ਬਾਬਾ ਬਣਾਈ ਹੈ। ਇਹਨੇ ਉਸੇ ਦਿਨ ਤੋਂ ਆਪਾਂ ਚੌਂਕੜਾ ਮਾਰ ਕੇ ਵੀ ਉਸ ਪਿਆਰੇ ਨੂੰ ਮਿਲਣਾ ਸ਼ੁਰੂ ਕਰ ਦਿੱਤਾ। ਮੈਂ ਤਾਂ ਕਿ ਨਾ ਬੜੇ ਵੱਡੇ ਕਰਮ ਦੀਆਂ ਕੋਈ ਬੰਦਾ ਆਪਣੇ ਆਫਿਸ ਵਿੱਚ ਦਫ਼ਤਰ 'ਚ ਬਹਿ ਨਹੀਂ ਦਿੰਦਾ। ਗੁਰੂ ਅਰਜਨ ਸਾਹਿਬ ਕਿੰਨਾ ਕੁ ਪਿਆਰ ਕਰਦੇ, ਆਪਾਂ ਨੂੰ ਗੋਦੀ 'ਚ ਬਣਾਇਆ। ਇਹ ਲੱਭਣੀ ਨਹੀਂ ਚੀਜ਼। ਵਕਤ ਆਇਆ ਨਾ ਜਦੋਂ ਆਪਾਂ ਸਾਰੇ ਵਾਰੀ ਵਾਰੀ ਉੱਪਰ ਗਏ, ਰੱਬ ਕੋਲੇ, ਉੱਥੇ ਜਾ ਕੇ ਫਿਰ ਤੁਸੀਂ ਚੇਤਾ ਕਰਨਾ ਵੀ ਬਾਬਾ ਜੀ ਕਹਿੰਦੇ ਹੁੰਦੇ ਸੀ ਥੱਲੇ, ਹੈ ਨਾ, ਥੱਲੇ ਦੋ ਚੀਜ਼ਾਂ ਨਾ, ਇੱਥੇ ਉੱਥੇ ਰਖਵਾਲਾ ਪ੍ਰਭ ਸਰਬ। ਇਹਦੇ ਜੀ ਬਾਣੀ ਨੇ ਇੱਥੇ ਕਿਹਾ ਤੇ ਨਾਲ ਅਗਲੇ ਬੰਨੇ ਕਹਿਤਾ ਉੱਥੇ। ਇਹਦਾ ਮਤਲਬ ਉੱਥੇ ਹੈਗਾ ਪ੍ਰੋਗਰਾਮ, ਹੈਗਾ ਇੱਥੇ ਫਿਰ ਜਾਣਾ ਪੈਣਾ। ਤੋ ਇਸ ਕਰਕੇ ਮਾਰੇ ਕਹਿੰਦੇ ਜੀ ਸੋਹਣੇ ਕਰਮ ਕੀਤੇ ਹੋਏ ਤੇ ਨਾਲ ਹੀ ਫੇਰ ਵੀ ਆ ਜਾਈਦਾ ਜੀ। ਇਹ ਵੀ ਗੱਲ ਨੋਟ ਕਰਿਓ, ਜਿਨ੍ਹਾਂ ਦੇ ਅੰਦਰ ਪਿਆਰ ਹੈ। ਤਾਂ ਮਾਰੇ ਕਬੀਰ ਸਾਹਿਬ ਕਹਿੰਦੇ ਆਪਾਂ ਨੇ ਜਦੋਂ ਇਹ ਚੀਜ਼ ਵੇਖੀ, ਸਾਰੇ ਅੰਦਰ ਜਿੰਨੇ ਵੀ ਮਾੜੇ ਹਾਲਾਤ ਸੀ ਸਾਰੇ ਦੇ ਸਾਰੇ ਛੱਡ ਦਿੱਤੇ। ਬਸ ਚੁੱਪ ਕਰਕੇ ਪਿਆਰੇ ਨੂੰ ਮਿਲਣ ਵਾਸਤੇ ਤੁਰ ਪਏ। ਜਿਹਨੂੰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਮੁਹੱਬਤ ਵਿੱਚ ਕਹਿੰਦੇ, ਪੰਡਤ ਜੀ ਮੈਨੂੰ ਪਾਉਣ ਤੇ ਲੱਗੇ ਜੀ, ਜਦੋਂ ਮਰ ਗਏ ਤੇ ਉਹ ਮੋਆ ਉਹ ਝੜ ਪਿਆ, ਜਦੋਂ ਸਰੀਰ ਫਰਿਆ ਤੇ ਇਹਨੇ ਨਾਲ ਹੀ ਡਿੱਗ ਪੈਣਾ, ਫਿਰ ਤੱਕਾ ਗਿਆ, ਫਿਰ ਅੱਗੇ ਰੱਬ ਦੀ ਦਰਗਾਹ ਤੇ ਧਾਗੇ ਤੋਂ ਮਿਟੇ ਜਾਣਾ। ਹਾਂਜੀ। ਚੌਪਈ ਅਸਮਿਤ ਕੋ ਤਿਜ ਦੇਹੁ ਜਨੇਊ, ਚੌਖੜ ਬਿਕਤ ਮੋੜ ਲਿਓ ਤੇਊ। ਇਸ ਕਰਕੇ ਮਾਰੇ ਕਿਤੇ ਬ੍ਰਾਹਮਣ ਜੀ ਬੋਲੋ ਬੋਲੋ। ਹੁਣ ਜਿਹੜਾ ਪੰਡਤਾਂ ਦੇ ਆਣੋ ਤਾਂ ਚੁੱਪ ਹੋ ਗਿਆ, ਉਹਨੂੰ ਤਾਂ ਪਤਾ ਸੀ ਨਾ ਖੇਡ ਦਾ। ਉਹ ਜਿਹੜੇ ਮੇਰੇ ਜਿਹੜੇ ਵਰਗੇ ਪਿਛਲੇ ਬੰਨੇ ਬੈਠੇ ਸੀ ਨਾ, ਉਹ ਜ਼ਿਆਦਾ ਪਰੇਸ਼ਾਨ ਸੀ। ਤੇ ਜਦੋਂ ਮਹਾਰਾਜ ਨੇ ਆਖਿਆ ਕਿ ਹੁਣ ਦਿਓ ਜਵਾਬ ਕਿ ਅੱਗੇ ਤੇ ਜਾਣਾ ਨਹੀਂ, ਫਿਰ ਬੀਮੀ ਪੈ ਗਈ। ਤੇ ਮਹਾਰਾਜ ਕਹਿੰਦੇ ਇਸ ਕਰਕੇ 2 ਰੁਪਈਆਂ ਦਾ ਧਾਗਾ ਲੈ ਕੇ ਮੁੱਲ ਤੇ ਸਾਰੀ ਦੁਨੀਆ ਨੂੰ ਕਿਉਂ ਭੁਲੇਖੇ 'ਚ ਪਾਇਆ ਜੀ, ਕਾਹਤੋਂ ਲੋੜਿਆ ਪਿਆ ਜੇ। ਇਸ ਕਰਕੇ ਸਾਧ ਸੰਗਤ ਦੀ ਗੁਸਤਾਖੀ ਦੀ ਮਾਫੀ ਦਿਓ। ਆਪਣੇ ਸਿੱਖ ਘਰਾਣੇ ਵੀ ਬਹੁਤ ਜ਼ਿਆਦਾ ਇਹਨਾਂ ਚੀਜ਼ਾਂ 'ਚ ਵੜ ਗਏ। ਕਿਉਂਕਿ ਇੱਕ ਗੱਲ ਦੀ ਮਾਫੀ ਦੇ ਦਿਓ, ਜਿਸ ਦੇਸ਼ ਦਾ ਰਾਜਾ ਹੀ ਅੰਧ ਵਿਸ਼ਵਾਸੀ ਹੋਵੇ ਤੇ ਕੌਮ ਕਿੱਥੋਂ ਨਿਕਲ ਜੂਗੀ। ਅੱਜ ਜਿੰਨੇ ਵੀ ਕੁਰਸੀ ਦੇ ਦਾਅਵੇਦਾਰ ਨੇ, ਇਹ ਕੋਈ ਬਾਬਾ ਨਹੀਂ ਛੱਡਦੇ। ਜਿੱਥੇ ਜਾ ਕੇ ਸਾਰਿਆਂ ਨੂੰ ਅਰਦਾਸਾਂ ਕਰਾਈ ਜਾਂਦੇ ਵੀ ਬਸ ਮੈਨੂੰ ਇੱਕ ਵਾਰੀ ਜਿਤਾ ਦਿਓ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਦਇਆ ਦੇ ਸਾਗਰ ਸਤਿਗੁਰੂ ਗਰੀਬ ਨਵਾਜ। ਤੋ ਮਹਾਰਾਜ ਜੀ ਦੇ ਇਹ ਕਿਰਪਾ ਦੇ ਬਚਨ ਨੇ, ਜਿੱਦਾਂ ਇੱਕ ਵਾਰ ਤੁਹਾਨੂੰ ਮੈਂ ਅੱਗੇ ਬਚਨ ਸੁਣਾਇਆ ਸੀ ਕਿ ਹੈ ਉਹ ਕੁਛ ਨਹੀਂ, ਸਭ ਮਾਇਆ ਦਾ ਚੱਕਰ ਹੀ ਹੈ। ਜਿੱਦਾਂ ਇੱਕ ਨਾ ਭੈਣ ਦੇ ਗਰੀਬੀ ਸੀ ਘਰੇ, ਤੇ ਉਹਨੇ ਉਹ ਭਰ ਦਿੱਤੀ ਕੀ ਆਂਦੇ ਉਹਨੂੰ, ਲਾਟਰੀ ਲੱਗ ਗਈ ਆ। ਉਹ ਸਤਨਾਮ ਲਾਟਰੀ ਲੱਗ ਗਈ ਤੇ 10 ਲੱਖ ਰੁਪਇਆ ਨਿਕਲ ਆਇਆ। ਤੇ ਉਹਨੂੰ ਪਤਾ ਲੱਗ ਗਿਆ, ਫੋਨ ਆਇਆ ਤੇ ਉਹਦਾ ਘਰ ਦਾ ਥੋੜਾ ਜਿਹਾ ਦਿਲ ਨਹੀਂ ਸੀ ਉਹਦਾ ਹੈਗਾ। ਉਹਨੇ ਮਨ 'ਚ ਸੋਚਿਆ ਵੀ ਇਹ ਤੇ 5 ਰੁਪਏ ਨਹੀਂ ਕਦੇ ਵੇਖੇ, ਤੇ ਜੇ ਮੈਂ ਇਹਨੂੰ ਦੱਸਦਾ ਵੀ 10 ਲੱਖ ਦਾ ਤੇ ਕਿਤੇ ਮਾਰੀ ਨਾ ਜਾਵੇ, ਝੱਲਿਆ ਨਹੀਂ ਜਾਣਾ ਇੱਥੋਂ। ਉਹ ਜਿੱਥੇ ਜਾਂਦੀ ਸੀ ਪਾਪ ਕਰੇ ਸਮਝਾਉਣ ਖਾਤਰ ਕਹਿਣ ਲੱਗਾ, ਕਿਉਂਕਿ ਅੱਜ ਅੰਧ ਵਿਸ਼ਵਾਸ ਤੇ ਕਥਾ ਚੱਲ ਰਹੀ ਹੈ, ਉਹ ਵਿਸ਼ਾ ਮੈਂ ਰੱਖਾਂਗਾ ਜਾ ਕੇ। ਤੇ ਬਾਬਾ ਜੀ ਜਿਹੜਾ ਮੇਰੇ ਵਰਗਾ ਉਹ ਖੰਡੀ ਕਹਿੰਦੇ ਜੀ ਬਾਬਾ ਜੀ ਵੀ ਪੈਰੀ ਪਏ, ਮੱਥਾ ਟੇਕਿਆ। ਚਲੋ ਉਹਨੇ ਉਹ ਗੋਰਾ ਦਾ ਕੰਮ ਪੂਜਾ ਰੱਖਿਆ, ਨਾ ਫੇਰਿਆ ਪੂਜਾ ਧੂਪਦਾ। ਸਤਿਗੁਰੂ ਵਾਜਬ ਗੁਰਨੀ ਕੋਈ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਨਹੀਂ ਜੇ। ਉਹਨੇ ਫੇਰਿਆ, ਕਹਿੰਦੇ ਹਾਂ ਬੀਬਾ, ਕਹਿੰਦੇ ਬਾਬਾ ਜੀ ਤੁਹਾਡੇ ਨਾਲ ਭਜਨ ਕਰਨਾ ਪੜਨ ਦੇ ਵਾਲਾ, ਕਹਿੰਦਾ ਕਰੋ। ਕਹਿਣ ਲੱਗੇ ਵੀ ਇੰਨਾ ਮੇਰੀ 10 ਲੱਖ ਦੀ ਲਾਟਰੀ ਨਿਕਲੀ, ਇਹ ਮੇਰੇ ਘਰ ਵਾਲੇ ਦਾ ਦਿਲ ਨਹੀਂ ਹੈ। ਤੇ ਮੈਂ ਸੋਚਿਆ ਕਿਤੇ ਇਹਨੂੰ ਟੈਗ ਟੂਗ ਨਾ ਹੋ ਜੇ ਤੇ ਕਿੱਦਾਂ ਦੱਸਾਂ। ਹਾਂਜੀ, ਤੇ ਤੁਸੀਂ ਇਹ ਕੰਮ ਕਰੋ ਵੀ ਤੁਹਾਡੇ ਤੇ ਪ੍ਰੇਮ ਕਰਦਾ ਤੇ ਤੁਸੀਂ ਤਰੀਕੇ ਨਾਲ ਸਮਝਾਓ। ਇਹਦਾ ਵੀ ਅਗਲੀ ਚੌਕੀ ਤੇ ਲੈ ਆਈ ਤੇ ਉਹ ਗੱਲਾਂ ਬਾਤਾਂ ਕਰਕੇ ਕਹਿੰਦਾ ਵੀ ਮਾਇਆ ਦੀ ਤੰਗੀ ਹੈ। ਕਹਿੰਦਾ ਜੀ ਤੰਗੀ ਆ, ਇਹਦੇ ਚ ਜੇ ਆਪਾਂ ਇਹਦਾ ਅਰਦਾਸ ਬੇਨਤੀ ਕਰੀਏ, ਜੇ ਤੈਨੂੰ ਲੱਖ ਰੁਪਈਆ ਮਿਲ ਜੇ ਤੇ ਕੀ ਕਰੇਗਾ। ਵਿਚਾਰਾ ਗਰੀਬ ਸੀ, ਕਹਿੰਦਾ ਪਹਿਲਾਂ ਤੇ ਮੈਂ ਕੱਪੜੇ ਨਵੇਂ ਲਊਂ, ਹਾਂਜੀ ਆਪਣੇ ਬੱਚਿਆਂ ਨੂੰ ਵੀ ਲੈ ਕੇ ਦਊਂਗਾ। ਗਰੀਬੀ ਬੜੀ ਭੈੜੀ ਚੀਜ਼ ਹੈ, ਦੇਣੇ ਵਾਲੇ ਕਿसी को गरीबी मत देना, देना गरीबी मगर बाद नसीबी मत देना। तो कहता भाव कहता जी चलो ਲੱਖ ਚੱਲ ਗਿਆ,
ਅਗਲੀ ਵਾਰ ਆਇਆ ਕਹਿੰਦਾ ਜੀ 2 ਲੱਖ ਮਿਲ ਜੀ, ਕਹਿੰਦੇ ਬਾਬਾ ਜੀ ਜਿਹੜਾ ਭਲਾ ਹੀ ਹੈ, ਕਿਤੇ ਗਰੀਬ ਵੀ ਛੱਤ ਪਾ ਲੂ ਪੱਕੀ। ਤੀਜੀ ਵਾਰ ਆਇਆ ਕਹਿੰਦਾ ਜੀ 3 ਲੱਖ ਮਿਲ ਜੀ, ਕਹਿੰਦਾ ਚਲੋ ਕਿਤੇ ਮੈਂ ਵੀ ਰੰਗ ਰੂੰਗ ਕਰਾ ਲਊ, ਕਹਿੰਦਾ ਵੀ ਚੱਲੀ ਜਾਂਦਾ ਵਾ। ਕਹਿੰਦਾ ਜੇ 5 ਲੱਖ ਜੀ, ਕਹਿੰਦਾ ਵੀ ਫਿਰ ਭੈਣ ਭਰਾਵਾਂ ਨਾਲ ਬਰਕਤਾਂ ਮਿਲਾਂਗੇ, ਅੱਗੇ ਜਾਈਦਾ ਨਹੀਂ। ਗਰੀਬ ਕੀ ਕਹਿੰਦੇ ਉਹ ਰਿਸ਼ਤੇ ਅਨਮੋਲ ਹੁੰਦੇ ਜਿਹੜੇ ਗਰੀਬੀ 'ਚ ਟੁੱਟ ਜਾਂਦੇ। ਜਦੋਂ ਪੈਸਾ ਆਉਂਦਾ ਉਦੋਂ ਤਾਂ ਸਾਰੇ ਮਿੱਤਰ ਬਣਦੇ, ਪਰ ਉਹ ਜਿਹੜੇ ਟੁੱਟੇ ਉਹ ਦੁਬਾਰਾ ਨਹੀਂ ਮਿਲਦੇ। ਤੋ ਕਹਿੰਦੇ ਵੀ ਜੀ 6 ਲੱਖ ਲੱਗ ਜਾਏ, ਕਹਿੰਦੇ ਜੀ ਫਿਰ ਘਰ 'ਚ ਕੋਈ ਪੂਜਾ ਪਾਠ ਕਰਾਵਾਂਗੇ, 4 ਭੈਣ ਭਰਾ ਰੱਬ ਦਾ ਨਾਂ ਸ਼ੁਕਰਾਨਾ ਕਰਾਂਗੇ। ਉਹ ਅਗਲੀ ਤੇ ਕਹਿੰਦਾ ਜੇ 10 ਲੱਖ ਲੱਗ ਜੇ, ਕਹਿੰਦਾ ਬਾਬਾ ਤੇਰੇ ਮੂੰਹ 'ਚ ਘਿਓ ਸ਼ੱਕਰ, ਜਾਂ ਤੇਰੇ ਨਾਲ ਵਾਅਦਾ ਰਿਹਾ ਜੇ 10 ਲੱਖ ਲੱਗ ਜੇ 2 ਲੱਖ ਤੇਰਾ। ਜੋ ਸੁਣਿਆ ਤੇ ਬਾਬਾ ਹੀ ਮਰ ਗਿਆ। ਉਹ ਗੱਲ ਐਸੀ ਹੈ ਕਿ ਉਹ ਜਿਹਨੂੰ ਮਰਨਾ ਉਹ ਤਾਂ ਚੱਲ ਗਿਆ। ਉਹਨੇ ਕਹਿਤਾ ਜਾਂ ਤੇਰਾ ਫੋਰਸ ਰੱਖਣਾ ਹੋਵੇ, ਮੈਨੂੰ 10 ਲੱਖ ਮਿਲੇ 2 ਲੱਖ ਤੇਰਾ, ਤੇ ਉਹ ਤੋਂ ਚੱਲਿਆ ਨਹੀਂ ਗਿਆ। ਉਹ ਐਸੀ ਬਾਤ ਹੈ ਕਿ ਇਹਨਾਂ ਨੇ ਕੀ ਦੱਸਣਾ ਕਿਸੇ ਨੂੰ, ਵਿਚਾਰਿਆਂ ਨੂੰ ਆਪ ਦਾ ਨਹੀਂ ਪਤਾ। ਧੰਨ ਮੇਰੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿਉਂ ਲੋਕਾਂ ਨੂੰ ਪੁੱਠੇ ਪਾਸੇ ਪਾਉਂਦੇ। ਪਰ ਅੱਜ ਵੀ ਮੈਂ ਵੇਖਿਆ ਪਤਾ ਨਹੀਂ ਇੰਨਾ ਪ੍ਰਚਾਰ ਹੁੰਦਾ, ਇੰਨਾ ਕੁਝ ਹੁੰਦਾ, ਦੁਨੀਆ ਫੇਰ ਵੀ ਨਹੀਂ ਮੰਨਦੀ। ਪਤਾ ਨਹੀਂ ਕਿਉਂ ਅਸੀਂ ਇਸ ਚੀਜ਼ ਦੇ ਮਗਰ ਪਏ ਹੈ। ਤੁਹਾਰੇ ਸੱਚੇ ਪਾਤਸ਼ਾਹ ਤੁਹਾਡੇ ਕਰਕੇ ਧਰਤੀ ਤਵੀ ਤੇ ਬੈਠੇ। ਮਾਰੇ ਨੇ ਆਪਣੇ ਛੋਟੇ ਛੋਟੇ ਪਿਆਰੇ ਪਿਆਰੇ ਨੰਨੇ ਨੰਨੇ ਬੱਚੇ 4 ਬਿਸਰ ਤੇ ਕਟਾਏ, ਆंसू एक ना गिराया, रुतबा मेरे गुरु गोबिंद ने ऋषियों का। 10 पिता ने पिता दी बलि दे के सिर ते लख मुसीबतां झल्लियां ने। 10 पिता ने पिता दी बलि दे के सिर ते लख मुसीबतां झालियां ने। राही जंगली बिखड़े रस्तियां ते खौफनाक रातां कालियां ने। माता पिता ते पुੱਤ शहीद हो गए, तेरे चेहरे ते अजे भी वो 4 दीवे तू अपने बुझा के गुरु गोबिंद सिंह बापू साडे घरां 'ਚ दिवालियां बालियां। इदां दा बापू किथे लभना सकते, फिर भी असीं अपने बाप नूं छड्ड के किते जाइए तां माड़ा है। तो महाराज कहते पंडित जी सियाणे बन जाओ, ਐਵੇਂ ਨਾ ਅੰਧ ਵਿਸ਼ਵਾਸ ਵਿੱਚ ਪੌਣਾ ਕਰੋ। ਅਤਨ ਸੰਗ ਜਰ ਗਇਓ ਜਗ ਮਾਹੀ, ਜਾਹੇ ਕਾਰਜ ਤੈ ਨਿਭਿਓ ਨਾਹੀ। ਇਸ ਕਰਕੇ ਮਹਾਰਾਜ ਜੀ ਕਹਿੰਦੇ ਤੁਹਾਡਾ ਕਾਰਜ ਜਿਹੜਾ ਕਰ ਲੱਗੇ ਨਾ, ਤੁਸੀਂ ਮੇਰੇ ਘਰ 'ਚ ਪੌਣ ਨੂੰ ਫਿਰਦੇ ਪੰਡਤ ਤੇ ਬਚਦੇ ਕਰਨ ਸਾਰੇ ਵੀ ਕਿਹੜਾ ਵੇਲਾ ਹੋਵੇ ਬਾਬੇ ਨੂੰ ਢਾਹ ਢੂ ਕੇ ਜਨੇਊ ਪਾ ਦੇਈਏ। ਪਰ ਗੁਰੂ ਨਾਨਕ ਦੇ ਕੋ ਸੱਚ ਸੀ ਨਾ, ਸੱਚੇ ਬੰਦੇ ਨੂੰ ਦੁਨੀਆ ਡੇਗਣ ਪਿਆ ਜੇ। ਪਰ ਬਾਣੀ ਕਹਿੰਦੀ ਜਾਨ ਤੂੰ ਮੇਰੇ ਵੱਲ ਹੈ। ਬਾਣੀ ਕਹਿੰਦੀ ਕਿਰਪਾ ਦੇ ਸਾਗਰ ਕਹਿੰਦੇ ਦਇਆ ਦੇ ਦਾਤੇ ਮੇਰੇ ਗੁਰੂ ਗ੍ਰੰਥ ਸਾਹਿਬ ਦੇ ਬੋਲ ਹੈ। ਕਹਿੰਦੇ ਜਿਸ ਦੇ ਹੋਵੇ ਵੱਲ ਕਦੇ ਨਾ ਰੱਬ ਨਾਲ ਖਲੋਜੇ। ਸਾਰੀ ਦੁਨੀਆ ਵਿਰੋਧ ਕਰੇ, ਬੰਦਾ ਡਿੱਗਦਾ ਨਹੀਂ, ਕਿਉਂਕਿ ਸੱਚੇ ਦਾ ਸੁਣਿਆ ਢੋਆ ਬਣ ਜਾਂਦਾ। ਮਹਾਰਾਜ ਆਪ ਵਿੱਚ ਵਰਤ ਜਾਂਦੇ ਹਨ। ਚੌਪਈ ਜੋ ਅਗਿਨ ਕਾਰਜ ਆਵਾ, ਸੋ ਪਾਇਓ ਜਗ ਕੋ ਦਿਕਰਾਵਾ। ਜਿਹੜਾ ਸਵਾਲ ਕਰਦੇ ਬਾਬਾ ਜਵਾਬ ਦੇ ਜਾਂਦਾ ਏ, ਉਹਨਾਂ ਨੂੰ ਤਾਂ ਔਖਾ ਹੋ ਗਿਆ ਵੀ ਇੱਕ ਸਾਰਾ ਰਾਏ ਭੋਏ ਦੀ ਤਲਵੰਡੀ ਛੋਟੀ ਕਿਤੇ, ਸਾਰੀ ਦੁਨੀਆ ਪਟਵਾਰੀ ਸਾਹਿਬ ਦੇ ਘਰੇ ਬੈਠੀ। ਇੱਕ ਦੋ ਤਾਂ ਹੋਰ ਗੱਲ, ਜਦੋਂ ਸਾਰਿਆਂ ਦੇ ਸਾਹਮਣੇ ਸਵਾਲ ਮੁੱਕਦੇ ਜਾਂਦੇ ਆ, ਉਹਨਾਂ ਦੇ ਸਿਰ ਝੁਕਦੇ ਜਾਂਦੇ ਤੇ ਬਾਬਾ ਜੀ ਦਾ ਚਿਹਰਾ ਖਿੜਿਆ ਪਿਆ। ਕਿਤੇ ਪਿੱਛੋਂ ਹੋਰ ਕੁਝ ਪੁੱਛ ਲਓ, ਹੁਣ ਸਵਾਲ ਹੀ ਮੁੱਕ ਗਏ ਤੇ ਪੁੱਛਣਾ ਕੀ ਹੈ। ਤੇ ਮਹਾਰਾਜ ਜੀ ਕਹਿੰਦੇ ਆ ਜਿਹੜਾ ਕਾਰਜ ਤੁਸੀਂ ਕਰਨ ਨੂੰ ਫਿਰਦੇ ਨਾ, ਮੰਨ ਲਓ ਮੈਂ ਪਵਾ ਲੈਂਦਾ ਧਾਗਾ ਤੁਹਾਡੇ ਤੋਂ, ਪਰ ਤੁਸੀਂ ਇਹ ਕੀ ਕਰੀ ਫਿਰਦੇ, ਅੱਗੇ ਤਾਂ ਜਾਣਾ ਜੁਣਾ ਨਹੀਂ ਹੈ। ਮਮ ਸੰਸਾਰ ਸੁਨਾਹੀ ਕਾਜੂ, ਤੇ ਕੀ ਕਿਉਂ ਕਰਮੋ ਉਰ ਲਾਜੂ। ਕਹਿੰਦੇ ਇਸ ਕਰਕੇ ਭਾਈ ਤੁਹਾਨੂੰ ਕਿਉਂ ਨਹੀਂ ਸ਼ਰਮ ਆਉਂਦੀ, ਕਿਉਂ ਨਹੀਂ ਲੱਜ ਆਉਂਦੀ, ਤੁਸੀਂ ਏਦਾਂ ਕਾਹਤੋਂ ਕਿਸੇ ਦੇ ਨਾਲ ਕਰਦੇ ਹੋ। ਸੰਗ ਨ ਤਗ ਜਬ ਜਮ ਗਏ ਕੂਟਾ, ਤਾਹਾ ਨਾਮ ਹੋਇਓ ਤਬ ਟੂਟਾ। ਤੇ ਮਹਾਰਾਜ ਨੇ ਤਾਂ ਕਿੰਨੇ ਪਿਆਰੇ ਬਚਨ ਕੀਤੇ। ਕਹਿੰਦੇ ਪੰਡਿਤ ਜੀ ਜਦੋਂ ਜਮਾਂ ਨੇ ਤੁਹਾਨੂੰ ਫੜ ਕੇ ਕੁੱਟਿਆ ਨਾ, ਚੰਗੀ ਤਰ੍ਹਾਂ ਮਾਂਜਾ ਲਾਇਆ, ਤੇ ਫਿਰ ਤੁਹਾਨੂੰ ਕਿਸੇ ਨੇ ਛਡਾਉਣਾ ਨਹੀਂ, ਕਿਉਂਕਿ ਜਿਹੜਾ ਜਨੇਊ ਤਾਂ ਇੱਥੇ ਸੜ ਸੁੱਟ ਜਾਣਾ, ਤਾਂ ਤੁਹਾਡਾ ਸਾਥ ਫਿਰ ਕਿਸੇ ਨਹੀਂ ਦੇਣਾ। ਤਾਹਾ ਨਾਮ ਹੋਇਓ
ਤਬ ਟੂਟਾ। ਫਿਰ ਕਹਿੰਦੇ ਉੱਥੇ ਨਾਮ ਨੇ ਸਾਥ ਦੇਣਾ ਏ ਤੇ ਉਹ ਕਦੇ ਜਪਿਆ ਨਹੀਂ। ਮਸਕੂਰੀ ਚੋਰੀ ਜਾਰੀ ਜਾਤੇ ਮਿਲੀ ਜਾਤ ਨਾ ਪਾਰੀ। ਵਾਲੇ ਸੱਚੇ ਪਾਤਸ਼ਾਹ ਕਹਿੰਦੇ ਹਨ ਤਿੰਨ ਚੀਜ਼ਾਂ ਬੜੀਆਂ ਮਾੜੀਆਂ, ਇੱਕ ਚੋਰੀ, ਇੱਕ ਯਾਰੀ, ਇੱਕ ਠੱਗੀ। ਚੋਰ ਵਾਹਿਗੁਰੂ ਮਹਾਰਾਜ ਦੇ ਪਾਵਨ ਪਵਿੱਤਰ ਵਚਨ ਨੇ ਮੁਹੱਬਤ ਦੇ ਵਿੱਚ ਸਤਿਗੁਰੂ ਕਰਦੇ ਨੇ ਕਿ ਕੂੜਿਆਰ ਕੂੜੇ ਝੜ ਪੜੀਏ। ਇਹ ਜਿਹੜਾ ਕੂੜ ਦੀ ਕਮਾਈ ਵਾਲਾ ਉਹਦੇ ਤਾਂ ਪੱਲੇ ਕੁਛ ਨਹੀਂ ਪੈਣਾ, ਇਹ ਤੂੰ ਚੰਗਾ ਹੈ ਸੱਚ ਦੀ ਕਮਾਈ ਕਰ। ਆਪਾਂ ਜਿੰਨੀਆਂ ਵੀ ਚੋਰੀਆਂ ਜਾਰੀਆਂ ਧੋਖੇ ਰੱਬ ਤੋਂ ਲੁਕਾ ਕੇ ਕਰਦੇ ਉਹਦਾ ਸਾਰਾ ਹੀ ਪਤਾ, ਪਰ ਮਹਾਰਾਜ ਇੰਨੇ ਪਿਆਰ ਕਰਦੇ ਕਹਿੰਦੇ ਤੂੰ ਆ ਜਾ, ਇੱਕ ਵਾਰੀ ਕਬੂਲ ਕਰ ਲੈ ਜਾਂ ਮੈਂ ਤੈਨੂੰ ਬਖਸ਼ ਦੂੰ। ਇਹਨੂੰ ਬਾਅਦ ਹੋਰ ਕੀ ਸਤਿਗੁਰੂ ਕਹਿ ਨਹੀਂ ਤੇ ਇੱਕ ਵਾਰੀ ਪੱਤਾ ਟੁੱਟ ਜੇ ਰੁੱਖ ਨਾਲੋਂ ਤਾਂ ਕੋਈ ਦੁਬਾਰਾ ਨਹੀਂ ਜੀ ਜੋੜਦਾ। ਕਿਸੇ ਦਾ ਸੀਸਾ ਟੁੱਟ ਜੇ ਘਰੋਂ ਤੇ ਉਹ ਸੁੱਟ ਦੇਈਦਾ, ਕੁਰਸੀ ਟੁੱਟ ਜੇ, ਟੇਬਲ ਟੁੱਟ ਜੇ, ਉਹਨੂੰ ਸਾਰੇ ਬੋਲ ਟੁੱਟੀ ਹੋਈ ਚੀਜ਼ ਨੂੰ ਘਰੋਂ, ਪਰ ਸਾਧ ਸੰਗਤ ਗੁਰੂ ਘਰ ਆਉਂਦਾ ਹੀ ਉਹ ਜਿਹੜਾ ਟੁੱਟਾ, ਕਿਉਂਕਿ ਜਦੋਂ ਬੰਦਾ ਅੰਦਰੋਂ ਟੁੱਟ ਜਾਂਦਾ ਹੈ ਨਾ ਉਦੋਂ ਸੱਚੇ ਮਨੋਂ ਗੁਰੂ ਦੇ ਅੱਗੇ ਬਹਿੰਦਾ ਤੇ ਗੁਰੂ ਸਾਹਿਬ ਕਹਿੰਦੇ ਆ ਜਾ ਮੈਂ ਟੁੱਟਿਆਂ ਵਾਸਤੇ ਆਇਆ। ਕਿਉਂਕਿ ਇੱਥੇ ਆਉਂਦੇ ਟੁੱਟੇ ਹੈ, ਜਿੰਨਾ ਚਿਰ ਸੱਟ ਕੋ ਨਹੀਂ ਵੱਜਦੀ ਉਹਨਾਂ ਚਿਰ ਪਿਆਰ ਕੋ ਨਹੀਂ ਬਣਦਾ। ਕਿਉਂਕਿ ਜਦੋਂ ਨਵਾਂ ਮਕਾਨ ਬਣਾਉਣਾ ਹੋਵੇ ਤੇ ਪਹਿਲੇ ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ ਗਰੀਬ ਨਵਾਜ ਆਪ ਮਹਾਰਾਜ ਮੁਹੱਬਤ ਦੇ ਖਜ਼ਾਨੇ ਕਹਿੰਦੇ ਨੇ ਭਾਈ ਕਿ ਜਦੋਂ ਨਵੀਂ ਇਮਾਰਤ ਬਣਾਉਣੀ ਹੋਵੇ ਤੇ ਪਹਿਲੀ ਨੂੰ ਤੋੜਨਾ ਪੈਂਦਾ ਏ। ਤੂੰ ਵੀ ਪਹਿਲੀ ਨੂੰ ਤੋੜ ਦੇ ਤੇ ਤੈਨੂੰ ਨਵਾਂ ਤਿਆਰ ਕਰਕੇ ਦੇ ਦਿੰਦੇ ਹਾਂ। ਤੇ ਸਤਿਨਾਮ ਕਰਤਾਰਾ ਜਪੋ ਤਾਹਿ ਹੋਏ ਜਗ ਨਿਸਤਾਰਾ। ਉਸ ਵੇਲੇ ਕਹਿੰਦੇ ਸਾਰੇ ਬ੍ਰਾਹਮਣਾਂ ਦੇ ਹੱਥ ਜੋੜ ਕੇ ਹੁਣ ਸਵਾਲ ਮੁੱਕ ਗਏ। ਹਾਲੇ ਕਹਿੰਦੇ ਕਰ ਲਓ, ਕਿਸੇ ਨੇ ਕਰਨਾ ਕੋਈ ਕਰਨਾ ਚਾਹੁੰਦਾ। ਹੁਣ ਤਾਂ ਤੁਹਾਡੇ ਵੀ ਸ਼ੰਕੇ ਮੁੱਕੇ ਜੇ ਕਿ ਨਹੀਂ। ਕਈਆਂ ਨੂੰ ਹੁੰਦਾ ਕਈਆਂ ਨੇ ਬੰਦਾ ਧਾਗਾ ਤੇ ਖੌਰ ਕੀ ਰੱਖਦੇ ਬਾਬੇ ਬਾਬਾ ਤੁਹਾਡੇ ਫਿਰਦੇ। ਇੱਕ ਚੀਜ਼ ਦਾ ਮੈਨੂੰ ਮੈਂ ਬਹੁਤ ਹੀ ਤੁਹਾਡਾ ਤੁਸੀਂ ਮੇਰਾ ਪਰਿਵਾਰ ਹੈ, ਕਿਉਂਕਿ ਆਪਣੇ ਪਰਿਵਾਰ ਤੋਂ ਮੈਂ ਘੱਟ ਨਹੀਂ ਦਿੰਦਾ, ਆਪਣੇ 'ਚ ਜ਼ਿਆਦਾ ਵਿਚਰੀਦਾ। ਜਿਹੜਾ ਪਰਿਵਾਰ ਹੋਵੇ ਉਹਦੀਆਂ ਗੱਲਾਂ ਸਾਂਝੀਆਂ ਹੁੰਦੀਆਂ। ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਇੱਕ ਚੀਜ਼ ਨਾ ਵਰਤਿਆ ਕਰੋ। ਮੈਨੂੰ ਉਹਦਾ ਬੜਾ ਦੁੱਖ ਹੁੰਦਾ, ਹੋਰ ਵੀ ਮਰਜ਼ੀ ਕਰਿਆ ਕਰੋ। ਜਦੋਂ ਆਪਾਂ ਕਿਤੇ ਪਤਾ ਕਿੰਨੇ ਅੱਜ ਬਾਬਾ ਜੀ ਤੁਸੀਂ ਬੜਾ ਤਵਾ ਲਾਇਆ, ਆਹ ਸ਼ਬਦ ਨਾ ਯੂਜ਼ ਕਰਿਆ ਕਰੋ, ਬੜਾ ਮਾੜਾ ਹੈ। ਕਿਉਂਕਿ ਤਵਾ ਜਿਹੜਾ ਹੁੰਦਾ ਨਾ ਇਹ ਸਿਆਸਤ ਵਿੱਚ ਹੁੰਦਾ। ਜਿਹੜਾ ਕਥਾ ਕੀਰਤਨ ਹੋਵੇ ਜੇ ਤਵਾ ਸ਼ਬਦ ਨਹੀਂ ਵਰਤਣਾ, ਇਹਦੇ ਵਿੱਚ ਗੁਰ ਮਰਜ਼ਾਦਾ ਦੇ ਬਚਨ ਹੈ। ਹੁਣ ਮਹਾਰਾਜ ਨੇ ਬਾਹਮਣਾਂ ਨੂੰ ਛਿੱਲ ਕੇ ਰੱਖਤਾ, ਨਿਰਮਲ ਪੰਥ ਦੀ ਪਹਿਲੀ ਨੀਂਹ ਰੱਖਤੀ। ਮਹਾਰਾਜ ਨੇ ਅੱਜ ਪੂਰੀ ਦੁਨੀਆ ਨੂੰ ਦੱਸਤਾ ਵੀ ਅਸੀਂ ਨਹੀਂ ਪਾਉਣਾ ਤਾਂ ਕਦੂਗਾ। ਜਿੱਦਣ ਮੇਰੀ ਮਾਂ ਨੇ ਮੈਨੂੰ ਜੰਮਿਆ ਸੀ ਉਦੋਂ ਮੈਂ ਅਲਫ ਨੰਗਾ ਸੀ, ਜਾਵਾਂਗਾ ਵੀ ਏਦਾਂ ਹੀ, ਮੈਂ ਨਹੀਂ ਖੰਡ 'ਚ ਪੈਣਾ, ਸਭ ਦੀ ਬੋਲਤੀ ਬੰਦ ਹੋ ਗਈ। ਤੋ ਇਸ ਕਰਕੇ ਇਹਦਾ ਮਤਲਬ ਕਿ ਮਹਾਰਾਜ ਨੇ ਫਿਰ ਉਹਨਾਂ 'ਤੇ ਤਵਾ ਲਾਇਆ ਹੋਇਆ। ਇਹ ਸ਼ਬਦ ਅਸੀਂ ਸੰਗਤ ਵਿੱਚ ਰੋਜ਼ ਸੁਣਨ ਵਾਲੇ ਵਰਤਦੇ ਹਾਂ ਕਿ ਬਾਬਾ ਜੀ ਇੰਨਾ ਚੰਗਾ ਤਵਾ ਲਾਇਆ। ਤਵਾ ਸ਼ਬਦ ਨਹੀਂ ਇਹਦੇ ਵਿੱਚ ਵਰਤਣਾ ਜੀ। ਇਹ ਜ਼ਰੂਰ ਕਹਿ ਲਿਆ ਕਰੋ ਕਿ ਅੱਜ ਗੁਰੂ ਸਾਹਿਬ ਦੇ ਬੜੇ ਪਿਆਰੇ ਬਚਨ ਆਏ, ਬੜੇ ਪਿਆਰੇ। ਕਿਉਂਕਿ ਜਦੋਂ ਮਾਂ ਪਿਓ ਚਪੇੜ ਮਾਰੇ ਨਾ, ਇੱਕ ਵਾਰੀ ਤਾਂ ਗੱਲ ਲਾਲ ਹੁੰਦੀ, ਪਰ 5 ਸਾਲ ਬਾਅਦ ਪਤਾ ਲੱਗਦਾ ਵੀ ਜੇ ਮਾਰੀ ਨਾ ਹੁੰਦੀ ਅੱਜ ਮੈਂ ਇੱਥੇ ਨਹੀਂ ਸੀ ਹੋਣਾ। ਮੈਨੂੰ ਆਪਣੀ ਜ਼ਿੰਦਗੀ ਯਾਦ ਆ ਜਾਂਦੀ। ਅੱਜ ਤੋਂ 12-13 ਸਾਲ ਪਹਿਲਾਂ ਮੈਂ ਸੰਥਿਆ ਕਰਦਾ ਸੀ ਤੇ ਸੰਥਿਆ ਕਰਦਾ ਉਸਤਾਦ ਕੋਲੇ ਬੈਠਾ ਤੇ ਕਹਿੰਦਾ ਜਾ ਪੁੱਤ ਕਿੱਕਰ ਦੀ ਦਾਤਣ ਲਿਆਓ। ਆਪੇ ਅਸੀਂ ਤੋੜ ਕੇ ਲਿਆਏ, ਜਿਹੜੀਆਂ ਛਿੱਲ ਕੇ ਲਿਆਏ ਤੇ ਉਹਦੇ ਲਾਗੇ ਰੱਖ ਲਿਆ। ਤੇ ਮੈਂ ਕੀ ਕੀਤਾ, ਆਦਤ ਹੁੰਦੀ ਹੈ ਏਦਾਂ ਜੀਭ ਨੂੰ ਲਾ ਕੇ ਨਾ ਹੱਥ ਜਿੱਦਾਂ ਆਪਾਂ ਕਿਤਾਬ ਅੱਗੇ ਤੋਰੀਦੀ ਹੈ, ਤੇ ਮੈਂ ਏਦਾਂ ਹੱਥ ਲਾ ਕੇ ਤੇ ਅੰਗ ਥੱਲਿਆ। ਪਹਿਲਾਂ ਵੀ 2-3 ਵਾਰ ਥੱਲਿਆ ਨੇ ਪਿਆਰ ਨਾਲ ਸਮਝਾਇਆ ਤੇ ਫਿਰ ਮੈਂ ਪੜ੍ਹਦੇ ਏਦਾਂ ਲਾ ਕੇ ਥੋੜ੍ਹ ਤੇ ਜਦੋਂ ਅੰਗ ਥੱਲਿਆ ਤੇ ਉਹ ਜਿਹੜੀ ਦਾਤਣ ਸੀ ਤੇ ਮੋਰਾਂ 'ਚ ਮਾਰੀ ਜ਼ੋਰ ਦੇ ਨਾਲ ਹੀ ਰੋਣ ਨਿਕਲ ਗਿਆ। ਬੁੜਕਾ ਸਾਹਿਬ ਛੁੱਟ ਗਿਆ ਮੇਰੇ ਹੱਥੋਂ। ਮੈਂ ਘਰੇ ਚਲੇ ਗਿਆ, ਘਰਦਿਆਂ ਨੂੰ ਮੈਂ ਕਿਹਾ ਮੈਂ ਸਿਰਫ ਬਾਲ ਕਟਾ ਮੈਂ ਨਹੀਂ ਬੋਲਿਆ। ਅੱਜ ਤੋਂ ਬਾਅਦ ਉਸਤਾਦ ਨੂੰ ਵੀ ਬੰਦਾ ਬੋਲਿਆ, ਪਰ ਚਲੋ ਪ੍ਰੇਮ ਨਾਲ ਨਾਮ ਨੂੰ ਕੇ ਫਿਰ ਉਸਤਾਦ ਘਰੇ ਆਇਆ। ਚਲੋ ਉਹਨੇ ਮੈਨੂੰ ਸਿਖਾਉਣਾ ਸੀ, ਉਹ ਕਹਿੰਦਾ ਵੀ ਚਲੋ ਬੇਟਾ ਮੈਂ ਦਰਅਸਲ ਪਰੇਸ਼ਾਨ ਸੀ ਕਿਸੇ ਗੱਲੋਂ ਤੇ ਮੈਨੂੰ ਗਲਤੀ ਹੋ ਗਈ, ਤੂੰ ਇੱਕ ਵਾਰੀ ਆ ਜਾ। ਉਦੋਂ ਤਾਂ ਲੱਗੀ ਸੀ ਉਹ ਦਰਦ,
ਪਰ ਅੱਜ ਫਿਰ ਜਦੋਂ ਮਾਰੇ ਤੁਹਾਡੇ ਵਿੱਚ ਸਜਿਆ, ਫਿਰ ਉਹਦਾ ਧੰਨਵਾਦ ਕਰਨ ਨੂੰ ਦਿਲ ਕਰਦਾ। ਅੱਜ ਮੈਂ ਧੰਨਵਾਦ ਕਰ ਨਹੀਂ ਸਕਦਾ, ਕਿਉਂਕਿ ਜਦੋਂ ਰੂਹਾਂ ਚਲੇ ਜਾਂਦੀਆਂ ਫਿਰ ਲੱਭਣੀਆਂ ਔਖੀਆਂ ਹੋ ਜਾਂਦੀਆਂ। ਸੋ ਇਸ ਕਰਕੇ ਸਾਧ ਸੰਗਤ ਜੀ, ਜਦੋਂ ਕੋਈ ਤੁਹਾਡੇ ਔਗਣ ਤੁਹਾਡੇ ਸਾਹਮਣੇ ਰੱਖੂਗਾ, ਉਹਦਾ ਗੁੱਸਾ ਨਹੀਂ ਕਰਨਾ, ਉਹਨੂੰ ਸਗੋਂ ਪਿਆਰ ਕਰੋ। ਗੁਰੂ ਸਾਹਿਬ ਕਦੇ ਵੀ ਕਿਸੇ ਦੀ ਇਨਸਲਟ ਨਹੀਂ ਕਰਦੇ। ਔਰ ਇੱਕ ਚੀਜ਼ ਆਪਾਂ ਸਾਰੇ ਨੋਟ ਕਰਦੇ, ਜੋ ਕਥਾ ਚੱਲਦੀ ਹੈ ਤੇ ਇੱਦਾਂ ਮਹਿਸੂਸ ਨਹੀਂ ਹੁੰਦਾ ਕਿ ਕਥਾ ਮੇਰੇ ਬਾਰੇ ਕਰੀ ਜਾਂਦੇ ਸਾਰੀ। ਹੁੰਦਾ ਹੈ ਨਾ, ਇਹ ਤੁਹਾਨੂੰ ਨਹੀਂ, ਮੈਨੂੰ ਵੀ ਹੁੰਦਾ, ਆਪਾਂ ਸਾਰਿਆਂ ਨੂੰ ਹੁੰਦਾ ਹੈ, ਕਿਉਂਕਿ ਆਪਣੇ ਵਿੱਚ ਕਮੀਆਂ ਹੈ। ਤੇ ਜਿੱਥੇ ਜ਼ਖਮ ਹੋਵੇ ਨਾ, ਮੱਖੀ ਪੈਰ ਤੋਂ ਤੁਰਦੀ ਤੁਰਦੀ ਤਾਂ ਨੂੰ ਆਵੇ। ਜਿੱਥੇ ਜ਼ਖਮ ਹੈ, ਜਦੋਂ ਉੱਥੇ ਮੱਖੀ ਆਉਂਦੀ ਫਿਰ ਪਤਾ ਲੱਗਦਾ, ਉੱਦਾਂ ਨਹੀਂ ਪਤਾ ਲੱਗਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੋਲੋ, ਤੇ ਫਿਰ ਸਾਰਿਆਂ ਨੇ ਹੱਥ ਜੋੜੇ, ਕਹਿੰਦੇ ਮਹਾਰਾਜ ਪਰ ਕਰੋ ਕਿਰਪਾ। ਕੀ ਕਰਨਾ ਚਾਹੀਦਾ? ਮਹਾਰਾਜ ਕਹਿੰਦੇ ਸਤਿਨਾਮ ਦਾ ਜਾਪ ਕਰਿਆ ਕਰੋ, ਤੇ ਜਦੋਂ ਅਗਲੀ ਦਰਗਾਹ 'ਚ ਜਾਓਗੇ ਛੁੱਟ ਜਾਓਗੇ। ਦੋਨੋਂ ਲੋਕ ਵਿਖੇ ਰਹਿ ਸੰਗਾ, ਨਿਸ ਦਿਨ ਸਿਮਰੋ ਸੰਗ ਮੰਗਾ। ਉਸ ਵੇਲੇ ਮਹਾਰਾਜ ਕਹਿੰਦੇ ਰੋਜ਼ ਸਿਮਰਨ ਕਰਿਆ ਕਰੋ। ਜਿਹੜੇ ਤਾਂ ਸਮਝਦਾਰ ਸੀ, ਉਹਨਾਂ ਤੇ ਬਾਬੇ ਦੇ ਬਚਨ ਨੂੰ ਪਾਲਿਆ ਝੋਲੀ 'ਚ। ਜਿਹੜੇ ਕੱਟੜਵਾਦੀ ਸੀ, ਉਹ ਕਹਿੰਦੇ ਸੀ ਅਸੀਂ ਨਹੀਂ ਸਮਝਣਾ, ਅਸੀਂ ਤੇ ਪਾਉਣਾ ਹੈ ਤੇ ਪਵਾਉਣਾ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਕਰਕੇ ਸਾਡੀ ਦੁਕਾਨ ਚੱਲਦੀ ਆ। ਤੇ ਬਾਬਾ ਜੀ ਨੇ ਤੂੰ ਬਚਨ ਕਹਿੰਦਾ ਸਾਡੀ ਦੁਕਾਨਾਂ ਬੰਦ ਹੋ ਜਾਣੀਆਂ, ਸਾਨੂੰ ਭੁੱਖੇ ਮਾਰੇਗਾ ਕੋ ਸਤਨਾਮ ਸ੍ਰੀ। ਇਸ ਕਰਕੇ ਸਾਧ ਸੰਗਤ ਅੰਧ ਵਿਸ਼ਵਾਸ 'ਚ ਨਹੀਂ ਪੈਣਾ, ਇਹਨਾਂ ਚੀਜ਼ਾਂ 'ਚ ਕੁਛ ਨਹੀਂ ਰੱਖਿਆ। ਸ਼ਬਦ ਦੇ ਲੜ ਲੱਗਣਾ, ਬਾਣੀ ਪੜ੍ਹਨੀ ਹੈ, ਕਿਉਂਕਿ ਅੰਤ ਨੂੰ ਕਿਸੇ ਨੇ ਹਿਸਾਬ ਨਹੀਂ ਦੇਣਾ। ਤੇ ਮਹਾਰਾਜ ਜਦੋਂ ਜੈਜਾਵੰਤੀ ਰਾਗ ਆਰੰਭ ਹੁੰਦਾ, ਉੱਥੇ ਮਹਾਰਾਜ ਕਹਿੰਦੇ ਰਾਮ ਸਿਮਰ ਇਹ ਤੇਰਾ ਮਾਇਆ ਕੋ ਸੰਗ ਤਿਆਗ, ਪ੍ਰਭ ਜੂ ਕੀ ਸਰਬਲਾ ਅੰਤ ਬਾਰ ਸੰਗ ਤੇਰਾ। ਇਹ ਅੰਤ ਬਾਰ ਇਹੋ ਕੁਝ ਜਾਣਾ ਹੈ। ਤਾਂ ਇਸ ਕਰਕੇ ਮਹਾਰਾਜ ਦੇ ਅੱਗੇ ਸਾਰੀ ਸੰਗਤ ਜੁੜੀ ਹੈ। ਇਹਨਾਂ ਬ੍ਰਾਹਮਣਾਂ ਦਾ ਭਰਮ ਨਿਵਰਤ ਹੋ ਰਿਹਾ ਹੈ ਤੇ ਜਲ ਵੀ ਅੱਖਾਂ 'ਚ ਆ ਰਿਹਾ ਹੈ। ਇੱਧਰ ਕਥਾ ਖਡੂਰ ਸਾਹਿਬ ਚੱਲ ਰਹੀ, ਭਾਈ ਬਾਲਾ ਜੀ ਸੁਣਾ ਰਹੇ ਹੈ, ਤੇ ਗੁਰੂ ਅੰਗਦ ਸਾਹਿਬ ਜੀ ਸੁਣ ਰਹੇ, ਗੁਰੂ ਅਮਰਦਾਸ ਜੀ, ਭਾਈ ਪਾਰੋ ਜੀ ਪਰਮਹੰਸ ਡੱਲੇ ਵਾਲੇ, ਇਹ ਵੀ ਉੱਥੇ ਹਾਜ਼ਰ ਨੇ। ਧਰਤੀ ਕਿੰਨੀ ਪਵਿੱਤਰ ਹੈ। ਜਦੋਂ ਗੋਇੰਦਵਾਲ ਸਾਹਿਬ ਤੋਂ ਕਿ ਭਾਈ ਪਾਰੋ ਜੀ ਸ਼ੁਰੂਆਤ ਖਡੂਰ ਸਾਹਿਬ ਤੋਂ ਹੋਈ ਸੀ, ਤੇ ਬਾਅਦ ਵਿੱਚ ਉਹਨਾਂ ਦਾ ਜੀਵਨ ਜਿਹੜਾ ਘੜਿਆ ਉਹ ਗੋਇੰਦਵਾਲ ਘੜਿਆ ਗਿਆ। ਤੇ ਉੱਥੇ ਸਾਰੇ ਬੈਠੇ, ਤੇ ਜਦੋਂ ਆਹ ਕਥਾ ਚੱਲੀ ਨਾ, ਸਤਿਨਾਮ ਦਾ ਸਿਮਰਨ ਕਰੋ, ਅਗਲੇ ਬੰਨੇ ਸਾਈ ਧੰਨ ਮੇਰੇ ਗੁਰੂ ਅੰਗਦ ਸਾਹਿਬ ਜੀ ਦੀ ਸਮਾਧੀ ਲੱਗ ਗਈ। ਮਹਾਰਾਜ ਦੇ ਵਿਰਾਗ ਦੇ ਵਿੱਚ ਇਹ ਚੌਂਕੜਾ ਇੰਨਾ ਕੁ ਜੁੜ ਗਿਆ, 2-2 3-3 ਦਿਨ ਕਵੀ ਰਾਜ ਜੀ ਕਹਿੰਦੇ ਮਹਾਰਾਜ ਜੀ ਦੀ ਸਮਾਧੀ ਲੱਗ ਜਾਂਦੀ ਸੀ। ਜਿੱਦਾਂ ਇੱਕ ਅਮਲੀ ਨੂੰ ਅਮਲ ਦਾ ਨਸ਼ਾ ਹੈ, ਬਾਬੇ ਨੂੰ ਬਾਣੀ ਦਾ ਨਸ਼ਾ ਹੈ। ਜਦੋਂ ਬਾਬਾ ਏਮਨਾਬਾਦ ਦੀ ਧਰਤੀ ਤੇ ਗਿਆ, ਪਹਿਲੀ ਟੱਕਰ ਹੋਈ ਸੀ ਨਾ ਬਾਬੇ ਤੇ ਬਾਬਰਕਿਆਂ ਦੀ, ਤੇ ਬਾਬੇ ਨੂੰ ਉਹਨੇ ਜੇਲ੍ਹ 'ਚ ਤਾੜ ਦਿੱਤਾ। ਹੱਥ ਘੜੀ ਲੱਗ ਗਈ ਸੀ ਬਾਬੇ ਨੂੰ, ਕਿਉਂਕਿ ਉਹਨੇ ਸੱਚ ਬੋਲਿਆ ਸੀ। ਸੱਚੇ ਬੰਦੇ ਨੂੰ ਹੱਥ ਘੜੀ ਲੱਗਦੀ, ਤੇ ਜਦੋਂ ਹੱਥ ਘੜੀ ਲੱਗੀ ਤੇ ਮਰਦਾਨਾ ਵੀ ਲਾ ਕੇ ਬੈਠਾ। ਬਾਬਾ ਕਹਿੰਦਾ ਕਿੱਦਾਂ ਵੇਹਣਾ ਮੇਰੇ ਵੱਲੋਂ, ਕੀ ਹੋਇਆ ਇਹ? ਕਹਿੰਦੇ ਵੇਖਣਾ ਮੁੱਕਣਾ ਕੀ, ਬਾਬਾ ਤੈਨੂੰ ਬਥੇਰਾ ਸਮਝਾਇਆ ਸੀ ਵੀ ਚੁੱਪ ਕਰਕੇ ਕਿਤੇ ਜੰਗਲ ਜੁੰਗਲ 'ਚ ਰਬਾਬ ਵਜਾ ਲਿਆ ਕਰ, ਤੂੰ ਕਾਹਤੋਂ ਪੰਗਾ ਲਿਆ? ਜਿੱਦਾਂ ਅੱਜ ਆਪਾਂ ਕਹਿੰਦਾ ਨਾ ਭਾਈ ਸਾਹਿਬ ਗੁਰੂ ਦੇ ਕੀਰਤਨੀਏ ਬੈਠੇ ਆ ਕਿ ਬਾਬਾ ਜੀ ਇੱਦਾਂ ਦੀ ਕਥਾ ਕਰਿਓ, ਕੀਰਤਨ ਸਾਰਿਆਂ ਨੂੰ ਵਧੀਆ ਲੱਗੇ, ਤੇ ਫਿਰ ਇੱਕ ਕੰਮ ਹੀ ਹੋਣਾ, ਜੇ ਤਾਂ ਤੁਹਾਨੂੰ ਖੁਸ਼ ਕਰਨਾਗੇ ਤੇ ਜਾਂ ਬਾਪੂ ਦੀ ਗੱਲ ਕਰਨਾਗੇ। ਉਸ ਵੇਲੇ ਮਹਾਰਾਜ ਨੂੰ ਕਹਿੰਦਾ ਮੈਂ ਤੈਨੂੰ ਆਖਿਆ ਸੀ ਚੁੱਪ ਕਰਕੇ ਕਿਤੇ ਪਰੇ ਹੋ ਕੇ ਰਬਾਬ ਵਜਾ ਲਿਆ ਕਰੀਏ, ਤੂੰ ਕਾਹਤੋਂ ਬਾਬਰ ਦਾ ਰਾਹ ਰੋਕਿਆ? ਮਹਾਰਾਜ ਕਹਿੰਦੇ ਮਰਦਾਨਿਆ ਮੈਂ ਕੀ ਕਰਾਂ, ਮੇਰੀ ਡਿਊਟੀ ਲੱਗੀ ਹੈ। ਜੇ ਸਾਰਿਆਂ ਨੂੰ ਮੈਂ ਵੀ ਪਾਸਾ ਵੱਟ ਗਿਆ ਤੇ ਫਿਰ ਉਹਨਾਂ ਦੇ ਵਿੱਚ ਤੇ ਮੇਰੇ 'ਚ ਕੀ ਫਰਕ ਹੋਇਆ? ਤੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਤੇ ਸੱਜਣ ਸੀ ਨਾ, ਮਿੱਤਰ ਸੀ, ਭਰਾ ਸੀ, ਕਹਿੰਦਾ ਚੱਲ ਫਿਰ ਠੀਕ, ਜੇ ਬੋਲਿਆ ਤੇ ਹੁਣ ਨਾ ਆਪਣਾ ਕੋਈ ਜੱਜ ਆ, ਨਾ ਕੋਈ ਵਕੀਲ ਆ, ਨਾ ਕੋਈ ਦਲੀਲ ਆ, ਤੇ ਨਾ ਕੋਈ ਤੇ ਘਰੋਂ ਕੱਢੇ ਆ, ਸਭ ਤੋਂ ਵੱਡੇ ਆ, ਜੇਬ 'ਚ ਪੰਜੀ ਨਹੀਂ ਕਿਸੇ ਗੱਲ ਦੀ, ਘਰੇ ਆਟਾ ਨਹੀਂ ਕਿਸੇ ਗੱਲ ਦਾ। ਕਹਿੰਦੇ ਘਰੋਂ ਤੂੰ ਤੇਰੇ ਵੀ ਚਪੇੜਾਂ ਪਈਆਂ ਤੇ ਮੈਨੂੰ ਵੀ ਲੈ ਆਏ, ਤੇ ਮਗਰ ਕਿਸੇ ਨੇ ਆਉਣਾ, ਜਿਹਦਾ ਕੋਈ ਮਗਰ ਹੋਵੇ ਉਹਨੇ ਹੀ ਆਉਣਾ। ਤੇ ਬਾਬਾ ਨੂੰ ਜੇਲ੍ਹ 'ਚ ਲੱਗੂ ਸਾਰੀ। ਧੰਨ ਮੇਰੇ ਗੁਰੂ ਨਾਨਕ ਕਹਿੰਦੇ ਮਰਦਾਨੇ ਮੈਨੂੰ ਇੱਕ ਗੱਲ ਦੱਸ, ਤੂੰ ਮੇਰਾ ਬੰਦਾ ਕਿ ਸਰਕਾਰ ਦਾ? ਨਹੀਂ ਬਾਬਾ ਹੈਗਾ ਤਾਂ ਤੇਰਾ ਹੀ ਹੈ। ਕਹਿੰਦੇ ਫਿਰ ਤੂੰ ਮੇਰੀਆਂ ਗੱਲਾਂ ਨਹੀਂ ਕਰਦਾ, ਇਹਨਾਂ ਤੂੰ ਮੈਂ ਤੇਰਾ ਹੈ ਤੇ ਗੱਲਾਂ ਕਿਸੇ ਹੋਰ ਦੀਆਂ ਕਰਦਾ ਹੈ ਕਿ ਕਰਤਾਰ ਦੇ ਨਾਲ ਤੇ ਗੱਲਾਂ ਸਰਕਾਰ ਦੇ ਨਾਲ। ਮਰਦਾਨਿਆਂ ਇਹਦੀ ਸਰਕਾਰ ਹੈ ਬਾਬਾ ਜੀ,
ਤੂੰ ਕੀ ਕਹਿੰਦਾ ਹੋਵੇ ਆਪਣਾ ਵਕੀਲ ਕੋਈ ਨਹੀਂ, ਜੱਜ ਕੋਈ ਨਹੀਂ, ਅਪੀਲ ਕੋਈ ਨਹੀਂ, ਦਲੀਲ ਕੋਈ ਨਹੀਂ। ਤੈਨੂੰ ਪਤਾ ਆਪਣੇ ਨਾਲ ਕੌਣ ਹੈ? ਕਹਿੰਦੇ ਬਾਬਾ ਕੌਣ ਹੈ? ਮਹਾਰਾਜ ਕਹਿੰਦੇ ਕਰਤਾਰ। ਕਹਿੰਦੇ ਇਹਦੀ ਤਾਕਤ ਸੀ, ਇਹਨੇ ਹੱਥ ਘੜੀਆਂ ਲਾ ਦਿੱਤੀਆਂ। ਮਰਦਾਨਿਆਂ ਮੈਂ ਦਿਖਾਉਣੀ ਨਹੀਂ ਸੀ, ਪਰ ਤੂੰ ਹੁਣ ਕਹਿ ਦਿੱਤਾ ਕਿ ਰਾਜਾ ਹੁਣ ਦਿਖਾਈਏ ਇਹਨੂੰ ਵੀ ਤੇਰੀ ਸਰਕਾਰ ਤੇ ਮੇਰਾ ਕਰਤਾਰ। ਅੱਜ ਦਿੱਲੀ 'ਚ ਇੱਕ ਪਾਸੇ ਕਰਤਾਰ ਦੇ ਪੁਜਾਰੀ ਬੈਠੇ ਐ, ਇੱਕ ਪਾਸੇ ਸਰਕਾਰ ਹੈ, ਦੋਹਾਂ ਦੀ ਟੱਕਰ ਫਸਵੀਂ ਹੈ। ਬਾਬੇ ਤੇ ਬਾਬਰ ਕਿਆਂ ਦੀ ਟੱਕਰ ਬੜੀ ਵਿਰੋਈ, ਪਰ ਜਿੱਤੇ ਬਾਬੇ ਕੀ ਹੈ। ਇਹ ਸੱਚ ਦੀ ਜਿੱਤ ਹੈ। ਤੇ ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਫਿਰ ਕਹਿਣ ਲੱਗੇ ਮਰਦਾਨਿਆਂ ਰਬਾਬ ਛੇੜ। ਉੱਥੇ ਕੋਈ ਸ਼ਬਦ ਪੜ੍ਹਦੀਆਂ ਹੁੰਦੀਆਂ ਸੀ ਮਾਤਾਵਾਂ, ਜੇ ਕਹੋ ਕਿ ਪੜ੍ਹ ਲੈਂਦੇ ਆ ਤਾਂ ਸੱਚ ਪੜ੍ਹਦੀਆਂ। तो ਮਹਾਰਾਜ ਸੱਚੇ ਪਾਤਸ਼ਾਹ ਨੇ ਰਬਾਬਾਂ ਛੇੜੀਆਂ ਤੇ ਉਹਦੀ ਜੇਲ੍ਹ ਦੀਆਂ ਚੱਕੀਆਂ ਘੁਮਾਈਆਂ। ਤੇ ਜਦੋਂ ਬਾਬਰ ਨੂੰ ਪਤਾ ਲੱਗਾ ਤੇ ਉਹਨੇ ਡਰਿੰਕ ਕੀਤੀ ਸੀ, ਸ਼ਰਾਬ ਦੇ ਵਿੱਚ ਗੁੱਟ ਸੀ, ਨਾਚ ਕਰ ਰਹੀ ਗਾਉਣ ਵਾਲੀ। ਜਦੋਂ ਉਹਨੇ ਆਖਿਆ ਬਾਬਰ ਹੋਸ਼ ਕਰ, ਤੇਰੀ ਕੈਦ ਵਿੱਚ ਰੱਬ ਆਇਆ। ਤੇ ਜਦੋਂ ਉਹਨੇ ਆ ਕੇ ਵੇਖਿਆ ਤੇ ਅੱਖਾਂ ਮਲ ਕੇ ਵੇਖੇ ਵੀ ਚੱਕੀਆਂ ਆਪੇ ਚੱਲਣ। ਬਾਬੇ ਦੀ ਰਬਾਬ ਪਈ ਵਜੇ, ਉਸੇ ਵੇਲੇ ਲੋਕ ਖੁੱਲੇ ਤੇ ਬਾਬੇ ਨਾਨਕ ਨੂੰ ਪਿਆਰ ਕਰਕੇ ਤੇ ਆਪਣੇ ਸਿੰਘਾਸਣ ਤੇ ਲੈ ਗਿਆ। ਜਿੱਥੇ ਬੈਠਾ ਸੀ ਤੇ ਉੱਥੇ ਉਹ ਨੱਚ ਰਹੀ ਤੇ ਨਸ਼ੇ ਦੇ ਵਿੱਚ ਬਾਬੇ ਨਾਨਕ ਨੂੰ ਕਹਿੰਦਾ ਬਾਬਾ ਮੈਨੂੰ ਮਾਫ ਕਰੀ, ਮੈਂ ਤੈਨੂੰ ਸਮਝਿਆ ਨਹੀਂ, ਫੜ ਪੀ ਘੁੱਟ। ਕਿਸੇ ਵਿਦਵਾਨ ਨੇ ਸ਼ਬਦ ਲਿਖੇ ਬਾਬੇ ਨਾਨਕ ਨੂੰ ਕਹਿੰਦਾ ਬਾਬਾ ਪੀ ਘੁੱਟ ਐਸ਼ ਕਰ। ਬਾਬਾ ਕਹਿੰਦਾ ਸਾਡੇ ਕੋਲ ਵੀ ਇੱਕ ਹੈਗੀ, ਤੂੰ ਪੀ ਤੇ ਹੋਸ਼ ਕਰ। ਸਾਡੀ ਹੋਸ਼ ਚ ਲਿਆਉਂਦੀ, ਤੇਰੀ ਬੇਹੋਸ਼ ਕਰਦੀ। ਕਹਿੰਦਾ ਬਾਬਾ ਪੀ ਘੁੱਟ ਐਸ਼ ਕਰ। ਮਾਰੇ ਕਹਿੰਦੇ ਤੂੰ ਪੀ ਹੋਸ਼ ਕਰ। ਕਹਿੰਦੇ ਤੇਰੀ ਕਿੰਨਾ ਚਿਰ ਚੜ੍ਹਦੀ? ਕਹਿੰਦੇ ਜੀ ਰਾਤ ਏਦਾਂ ਹੀ ਲੰਘਦੀ ਤੀਆਂ ਜੀ। ਬਾਬਾ ਕਹਿੰਦਾ ਇੱਕ ਵਾਰੀ ਸਾਡੇ ਵਾਲਾ ਘੁੱਟ ਪੀ ਲੈ, ਜੇ 24 ਘੰਟੇ ਵੀ ਲੈ ਗਿਆ ਤੇ ਸਾਨੂੰ ਕਰਤਾਰ ਦੇ ਆਸ਼ਿਕ ਨਾਲ ਤੁਹਾਰੇ ਸਾਹਿਬ ਨੇ ਫਿਰ ਸੱਚਾ ਉਹਨੂੰ ਰੰਗ ਚੜਾਇਆ ਸੀ। ਸੁੱਟ ਦਿੱਤੇ ਪਰੇ ਪਿਆਲੇ ਪੂਰੇ ਦੁਨੀਆ ਦਾ ਬਾਦਸ਼ਾਹ ਬਾਬਰ, ਮੰਨਿਆ ਬਾਦਸ਼ਾਹ, ਭੰਨਤੀਆਂ ਗਲਾਸੀਆਂ ਗਾਉਣ ਵਾਲੀ ਨੂੰ ਕਹਿੰਦਾ ਜਾ ਭੈਣੇ ਅੱਜ ਤੋਂ ਬਾਅਦ ਨੱਚਣਾ ਹੀ ਜਦੋਂ ਜ਼ਿੰਦਗੀ 'ਚ ਬੰਦੇ ਦੇ ਕ੍ਰਿਸ਼ਮਾ ਹੋਣਾ ਹੋਵੇ। ਤੇ ਮੇਰੇ ਬਾਬੇ ਨੂੰ ਨੇ ਇੰਨਾ ਪਿਆਰ ਕੀਤਾ ਕਿ ਬਾਬਾ ਜੀ ਲਾਈ ਤੇ ਨਿਭਾਈ, ਜੇ ਬਾਹ ਫੜੀ ਤੇ ਛੱਡ ਕੇ ਨਾ ਜਾਈ। ਮਹਾਰਾਜ ਕਹਿੰਦੇ ਛੱਡ ਕੇ ਨਹੀਂ ਜਾਂਦੇ, ਮੰਗਲਾ ਕੁਝ ਮੰਗਣਾ ਤੇ ਕਹਿੰਦੇ ਬਾਬਾ ਮੇਰਾ ਰਾਜ ਸਦਾ ਹੀ ਰਵੇ। ਮਹਾਰਾਜ ਨੇ ਆਖਿਆ ਜਾ ਰਾਜ ਕਰੇਗਾ, ਜਿੱਦਣ ਤੇਰੀ ਤੇਗ ਫਿਰ ਗੁਰੂ ਨਾਨਕ ਦੇ ਘਰ ਤੇ ਚੱਲੀ ਉਦੋਂ ਵਾਪਸ ਲੈ ਲਾਂਗੇ। ਉਹ ਫਿਰ ਦਿੱਲੀ 'ਚ ਚੱਲੀ ਸੀ, ਤੇਗ ਤੇ ਵਾਪਸ ਹੋਇਆ। ਉੱਥੇ ਸ਼ਬਦ ਪੜ੍ਹਦੇ ਸੀ ਸਾਡੇ ਬਜ਼ੁਰਗ, ਹੁਣ ਤਾਂ ਬਜ਼ੁਰਗ ਵੀ ਮੁੱਕ ਚੱਲੇ ਆ ਤੇ ਸ਼ਬਦ ਵੀ ਮੁੱਕ ਚੱਲੇ ਆ। ਆਉਣ ਵਾਲੀ ਪੀੜ੍ਹੀ ਤਾਂ ਮੱਥਾ ਟੇਕਣ ਨਹੀਂ ਆਉਂਦੀ ਵਿਚਾਰੀ। ਡਾਂਦਰਾਂ ਪੌਂਡਾਂ ਦੇ ਮੋਹ 'ਚ ਸਭ ਕੁਝ ਹੀ ਗਵਾ ਲਿਆ ਕਮਲਿਆਂ ਨੇ, ਬਚਪਨਾ, ਜਵਾਨੀ, ਮਾਂ ਪਿਓ, ਭੈਣ ਭਰਾ ਕੀ ਕਰਦੇ, ਪੈਸੇ ਕੋਠੀਆਂ ਵੇਲੀਆਂ ਪਈਆਂ, ਗੱਡੀਆਂ ਕੋਈ ਹੈ ਕਿਸੇ। ਇਸ ਕਰਕੇ ਸਮੇਂ ਦੀ ਅਰਦਾਸ ਕਰਿਓ। ਜਿਹਨੂੰ ਯਾਦ ਭੁੱਲ ਚੱਲਿਆ ਸੀ ਸਾਡੇ ਸਤਿਕਾਰਯੋਗ ਬੀਬੀ ਜੀ ਮਾਤਾ ਹਰਬੰਸ ਕੌਰ ਜੀ ਨੇ ਸੱਟ ਲੱਗ ਗਈ ਹੈ। ਤੁਹਾਡੀ ਕਿਰਪਾ ਕਰੇ, ਤੰਦਰੁਸਤੀ ਦੇਵੇ, ਗੋਲੀ ਸਹਾਰੇ ਤੋਂ ਡਿੱਗ ਪਏ ਤੇ ਉਹਨਾਂ ਦੇ ਸੱਟ ਕਾਫੀ ਜ਼ਿਆਦਾ ਹੈ। ਗੁਰੂ ਸਾਹਿਬ ਮਹਾਰਾਜ ਦੀ ਕਿਰਪਾ ਕਰੇ, ਸਤਿਗੁਰੂ ਕਿਰਪਾ ਕਰਨ, ਦਇਆ ਕਰਨ, ਰਹਿਮਤ ਕਰਨ ਜੀ। ਆਓ ਸਾਧ ਸੰਗਤ ਜੀ ਪ੍ਰੇਮ ਦੇ ਨਾਲ ਕਿਰਪਾ ਕਰਿਓ ਜੀ। ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। 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 ਬਾਬਰ ਦੇ ਜੇਲ੍ਹ ਖਾਨੇ ਪੀਸਣ ਨੂੰ ਮਿਲਦੇ ਦਾਣੇ। ਬਾਬਰ ਦੇ ਜੇਲ੍ਹ ਖਾਨੇ ਪੀਸਣ ਨੂੰ ਮਿਲਦੇ ਦਾਣੇ। ਚੱਕੀਆਂ ਵੀ ਬੋਲਣ ਤਨ ਨਿਰੰਕਾਰ, ਇੱਕ ਮਸਤਾਨਾ ਜੋਗੀ। ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਚੱਕੀਆਂ ਵੀ ਬੋਲਣ ਤਨ ਨਿਰੰਕਾਰ, ਇੱਕ ਮਸਤਾਨਾ ਜੋਗੀ। ਤੱਕਿਆ ਮੈਂ ਬਾਬਰ ਦੇ ਦਰਬਾਰ, ਇੱਕ ਮਸਤਾਨਾ ਜੋਗੀ। ਮਸਤੀ ਮਹਾਰਾਜ ਦੇ ਵਿੱਚ ਸੀ, ਜਿੱਥੇ ਜਿੱਥੇ ਵੀ ਮੇਰਾ ਬਾਬਾ ਗਿਆ
ਮੰਗਦਾ ਹੀ ਗਿਆ। ਜਿਹਦੇ ਕੋਲ ਵੀ 2 ਮਿੰਟ ਖੜੋਤਾ ਉਹਦੀ ਜ਼ਿੰਦਗੀ ਬਦਲਦੀ। ਅੱਜ ਵੀ ਸਤਿਗੁਰੂ ਮਹਾਰਾਜ ਅੱਗੇ ਅਰਦਾਸਾਂ ਹੈ, ਸਤਿਗੁਰੂ ਸਹੀ ਪਿਆਰੇ ਮੇਰੇ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ।